श्री वाहिगुरु साहिब जी। रतना रतन पदार्थ बहु सागर भरिया राम। बाणी गुरबाणी लागै तिन हथ चढ़िया राम। आवो सिख सतगुरु के प्यारे हो, गावो सच्ची बाणी। बाणी तां गावो गुरु केरी, बाणियां सिर बाणी। हमें दृष्ट शुभ करै, हरै अग पाप सकल मल। काम क्रोध अर लोभ मोह, वश करै सबै बल। सदा सुख मन वसै, दुख संसारै खोवै। गुर नव निध दरियाओ, जन्म हम काल खतोवै। सो कहो टल गुर सेवियै, अहनस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम श्री वाहिगुरु साहिब जी। मन्ने की गत कही ना जाए, जे को कहे पिछै पछुताए। मन्ने की गत कही ना जाए, जे को कहे पिछै पछुताए। कागद कलम ना लिखण हार, मन्ने का बह करन विचार। ऐसा नाम निरंजन होए, जे को मन जाने मन कोए। ऐसा नाम निरंजन होए, जे को मन जाने मन कोए। वाहिगुरु जी का खालसा, वाहिगुरु जी की फतेह। सच्चे पातशाह धन साहिब श्री गुरु ग्रंथ साहिब जी महाराज हजूर दे तरस सदका ਆਪਾਂ सतगुरु जी ਦੀ ਧੁਰ ਕੀ ਬਾਣੀ ਦੀ ਕਥਾ ਤੇ ਸੰਥਿਆ ਇਹ ਪ੍ਰਾਪਤ ਕਰ ਰਹੇ ਹਾਂ। ਮਹਾਰਾਜ ਮਿਹਰ ਕਰ ਰਹੇ, ਸਤਿਗੁਰੂ ਜੀ ਸਾਨੂੰ ਤਰਸ ਕਰਕੇ ਆਪਣੇ ਨਾਮ ਨਾਲ ਸਤਿਗੁਰੂ ਜੀ ਜੋੜਦੇ ਆ। ਜਿੰਨਾ ਵੀ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਸਤਿਗੁਰੂ ਜੀ ਦੀ ਨੂੰ ਜਾਂ ਬਾਣੀ ਦੀ ਵਿਚਾਰ ਕਰਦੇ ਹਾਂ ਜਾਂ ਸੰਥਿਆ ਕਰਦੇ ਹਾਂ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਮ ਦੀ ਮਹਿਮਾ ਕਹੀ ਹੈ ਤੇ ਨਾਮ ਨਾਲ ਹੀ ਜੁੜਦੇ ਹਾਂ। ਤੇ ਨਾਮ ਨਾਲ ਜਿਸ ਵੀ ਢੰਗ ਨਾਲ ਪ੍ਰਾਣੀ ਜੁੜਦਾ ਹੈ ਉਹਨੂੰ ਵਾਹਿਗੁਰੂ ਜੀ ਦਾ ਸੁਖ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਅੰਮ੍ਰਿਤ ਪਵਿੱਤਰ ਬਾਣੀ ਸੰਸਾਰਕ ਦੁੱਖਾਂ ਨੂੰ, ਮਾਨਸਿਕ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ, ਕੱਟਣ ਵਾਲੀ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜਿਹੜੀ ਹੈ ਨਾਮ ਦੀ ਮਹਿਮਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸਰਵਣ ਦੀ ਉਹ ਸਿੱਧਾਂ ਦੇ ਪੁੱਛਣ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਵਰਣਨ ਕੀਤੀ ਤੇ ਨਾਮ ਦੇ ਸਰਵਣ ਕਰਨ ਨਾਲ ਕੀ ਬਰਕਤਾਂ ਪ੍ਰਾਪਤ ਹੁੰਦੀਆਂ, ਕੀ ਕਲਾ ਵਰਤਦੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਮਹਾਰਾਜ 4 ਪੌੜੀਆਂ ਸਰਵਣ ਦੇ ਮਹਾਤਮ ਦੀਆਂ
सच्चे पातशाह जी महाराज ने कथन कीतियां हन। हुण अगलियां जड़ियां 4 पौड़ियां ना, इहदे विच सच्चे पातशाह जी वाहिगुरू दे नाम दा ਜਿਹੜਾ ਕੋਈ ਮੰਨਣ ਕਰੇਗਾ, ਉਸ ਨਾਮ ਦਾ ਮੰਨਣ ਕਰਨ ਵਾਲੇ ਨੂੰ ਕੀ ਪ੍ਰਾਪਤ ਹੋਵੇਗਾ, ਨਾਮੀ ਦੀਆਂ ਕੀ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਜਿਵੇਂ ਚਾਹੋ ਐਸੇ ਮੰਨ ਲੈਣ ਵਾਲੇ ਦੀ ਜਿਹੜੀ ਗਤੀ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਅਕੱਥ ਹੋ ਜਾਏਗੀ। ਜਿਵੇਂ ਪਰਮੇਸ਼ਰ ਨੂੰ ਕਥਨ ਨਹੀਂ ਨਾ ਕੀਤਾ ਜਾਂਦਾ, ਇਵੇਂ ਉਸ ਦੀ ਪ੍ਰਾਪਤੀ ਦੀ ਬਾਬਤ ਜਿਹੜਾ ਹੈ ਨਾ, ਉਹ ਕੀ ਉਹਦੇ ਅੰਦਰ ਸੁੱਖ ਆਉਂਦਾ ਹੈ, ਉਹਦੀ ਮਹਿਮਾ ਸਤਿਗੁਰੂ ਜੀ ਕਿੱਡੀ ਵੱਡੀ ਕਰ ਦਿੰਦੇ ਆ। ਜੈਸਾ ਹਰ ਆਪ ਹੈ ਨਾ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਜਿਹੜਾ ਹਰੀ ਹੈ ਤੇ ਹਰੀ ਦਾ ਜਨ, ਇਹ ਦੋਵੇਂ ਇੱਕ ਵਾ। ਜਿਹੜਾ ਨਾਮ ਦਾ ਮੰਨਣ ਕਰ ਲੈਂਦੇ ਆ ਨਾ, ਨਾਮ ਦੇ ਉੱਪਰ ਜਿਨ੍ਹਾਂ ਨੂੰ ਨਿਸ਼ਚਾ ਆ ਜਾਂਦਾ, ਮਨ ਵਿੱਚ ਜਿਹੜੇ ਨਾਮ ਨੂੰ ਮੰਨ ਲੈਂਦੇ ਕਿ ਨਾਮ ਤੋਂ ਬਿਨਾਂ ਹੋਰ ਕੋਈ ਨਹੀਂ ਸਹਾਈ, ਇੱਕੋ ਇੱਕ ਨਾਮ ਦੀ ਟੇਕ ਹੈ। ਜਿਵੇਂ ਸਾਨੂੰ ਖੜੇ ਰਹਿਣ ਲਈ ਧਰਤੀ ਦੀ ਲੋੜ ਹੈ ਨਾ, ਤੇ ਧਰਤੀ ਤੋਂ ਬਿਨਾਂ ਆਪਾਂ ਖੜੇ ਨਹੀਂ ਹੋ ਸਕਦੇ। ਗਰੀਬ ਨਵਾਜ ਤਰਸ ਕਰਦੇ ਆ, ਜਿਨ੍ਹਾਂ ਨੂੰ ਨਾਮ ਦੇ ਸਰਵਣ ਦੀ ਬਖਸ਼ਿਸ਼ ਕਰਦੇ ਹਨ, ਨਾਮ ਦੇ ਸਰਵਣ ਕਰਨ ਦਾ ਪਿਆਰ ਲਾ ਦਿੰਦੇ ਆ, ਉਹ ਹੀ ਨਾਮ ਦਾ ਮੰਨਣ ਜਿਹੜਾ ਹੈ ਨਾ, ਉਹ ਫਿਰ ਕਰਦੇ ਆ। ਕਿਉਂਕਿ ਜੇ ਨਾਮ ਦਾ ਸਰਵਣ ਨਹੀਂ ਕੀਤਾ ਤੇ ਮੰਨਣ ਜਿਹੜਾ ਹੈ ਉਹ ਨਹੀਂ ਹੁੰਦਾ। ਕਿਉਂਕਿ ਨਾਮ ਦੇ ਸਰਵਣ ਕਰਨ ਨਾਲ ਮਨ ਦੀ ਜਿਹੜੀ ਪਾਪਾਂ ਦੀ, ਨਾਮ ਦਾ ਮੰਨਣ ਮਨ ਨਹੀਂ ਕਰਦਾ, ਕਿਉਂਕਿ ਮਨ ਵਿੱਚ ਮੈਲ ਹੈ। ਮਨ ਵਿੱਚ ਹੋਰ ਵੀ ਬਹੁਤ ਆਸਰੇ ਮੰਨੇ ਕਿ ਜਿਹੜਾ, ਜਿਵੇਂ ਸਾਨੂੰ ਧਰਤੀ ਤੇ ਖੜੇ ਹੋਣ ਲਈ ਜਿਹੜੀ ਹੈ ਧਰਤੀ ਚਾਹੀਦੀ ਹੈ ਖੜੇ ਹੋਣ ਵਾਸਤੇ, ਜੇ ਧਰਤੀ ਨਹੀਂ ਸਾਡੇ ਪੈਰਾਂ ਥੱਲੇ ਤੇ ਅਸੀਂ ਖੜੇ ਨਹੀਂ ਹੋ ਸਕਦੇ। ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦੇ ਉੱਪਰ ਨਿਸ਼ਚਾ ਨਹੀਂ ਕਰ ਪਾਉਂਦੇ ਤੇ ਫਿਰ ਅਸੀਂ ਸਥਿਰ ਨਹੀਂ ਹੋ ਪਾਉਂਦੇ। ਤੇ ਕਦੀ ਕੋਈ ਆਸਰਾ ਤੱਕਦੇ ਆ, ਜਦੋਂ ਉਹ ਡਿੱਗ ਜਾਂਦਾ ਆਸਰਾ, ਫਿਰ ਦੂਸਰਾ ਆਸਰਾ ਤੱਕਦੇ ਆ, ਫਿਰ ਤੀਸਰਾ ਆਸਰਾ ਤੱਕਦੇ ਆ। ਇਹ ਸਾਰੇ ਹੀ ਆਸਰੇ ਜਿਹੜੇ ਆ ਨਾ ਮਨ 'ਚ ਜਿਹੜੇ ਅਸੀਂ ਮੰਨੇ ਹੋਏ ਆ, ਉਹ ਡਿੱਗ ਜਾਂਦੇ ਆ। ਤੇ ਭਰਮ ਇਹੋ ਜਿਹਾ ਪਿਆ ਰਹਿੰਦਾ ਕਿ ਨਾਮ ਦੇ ਉੱਤੇ ਜੀਵ ਨੂੰ ਟੇਕ ਨਹੀਂ ਆਉਂਦੀ, ਭਾਵ ਆਸਰਾ ਨਹੀਂ ਨਾਮ ਦਾ ਲੈਂਦਾ। ਮੁੱਖ ਕਰਕੇ ਲੈਣਾ ਮੈਂ ਜ਼ਿਕਰ ਕਰ ਰਿਹਾ ਸੀ, ਪਤਾ ਨਹੀਂ ਹੁਣ ਜਿੱਦਾਂ ਆਵਾਜ਼ ਕੱਟੀ ਗਈ ਹੋਵੇ। ਸਾਡਾ ਅੰਦਰਲਾ ਜੀਵਨ ਤੇ ਬਾਹਰਲਾ ਜੀਵਨ, ਸਾਡਾ ਅੰਦਰੋਂ ਸੁਭਾਅ, ਸਾਡਾ ਬਾਹਰਲਾ ਸੁਭਾਅ, ਸਾਡਾ ਬਾਹਰਲਾ ਵਰਤ ਵਿਹਾਰ, ਸਾਡੇ ਅੰਦਰ ਕੀ ਵਰਤ ਰਿਹਾ, ਇਹ ਦੋ ਚੀਜ਼ਾਂ ਡਿਫਰੈਂਟ ਹੁੰਦੀਆਂ, ਵੱਖਰੀਆਂ ਵੱਖਰੀਆਂ ਨੇ। ਤੇ ਜਿਹੋ ਜਿਹਾ ਅਸੀਂ ਨਾਮ ਦਾ ਮੰਨਣ ਕਰਦੇ ਹਾਂ, ਜਿੰਨਾ ਜਿੰਨਾ ਜੀਵ ਵਿਸ਼ਵਾਸ ਕਰਦੇ ਆ, ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ। ਤੇ ਜੇ ਪੂਰਾ ਹੀ ਨਿਸ਼ਚਾ ਨਾਮ ਤੇ ਟਿਕ ਜਾਵੇ, ਉਹਨਾਂ ਦੀ ਮਹਿਮਾ ਜਿਹੜੀ ਆ ਨਾ, ਉਹ ਫਿਰ ਸਤਿਗੁਰੂ ਜੀ ਨੇ ਕਿਹਾ ਕਿ ਵਾਹਿਗੁਰੂ ਜੀ ਵਾਂਗ ਉਹ ਵੀ ਅਮਰ ਤੇ ਅਟਲ ਹੋ ਜਾਂਦੇ ਆ। ਕੋਈ ਵੱਖਰੀ ਹੋਂਦ ਨਹੀਂ ਉਹਨਾਂ ਦੀ ਰਹਿੰਦੀ, ਵਾਹਿਗੁਰੂ ਵਿੱਚ ਹੀ ਅਭੇਦ ਹੋ ਜਾਂਦੇ ਆ, ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਆ। ਤੇ ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਜਿਹੜਾ ਮੰਨਣਸ਼ੀਲ ਹੋਣ ਦੀ ਰੁਚੀ ਜਦੋਂ ਉਪਜਦੀ ਆ ਨਾ ਜੀਵ ਦੇ ਅੰਦਰ, ਤੇ ਉਹਨੂੰ ਕੀ ਸੁੱਖ ਅਨੁਭਵ ਹੁੰਦਾ ਹੈ, ਕੀ ਦਾਤਾਂ ਉਹਨੂੰ ਪ੍ਰਾਪਤ ਹੁੰਦੀਆਂ ਹਨ। ਇੱਕ ਇਹ ਅਸਚਰਜਤਾਈ ਹੈ, ਆਨੰਦ ਵੈ, ਸੁੱਖ ਵੈ। ਪਰ ਨਾਮ ਦਾ ਮੰਨਣ ਕਰਨਾ ਜੀਵ ਦੇ ਅੰਦਰ ਭਰਮ, ਸੰਸ਼ੇ, ਅਵਿਦਿਆ ਤੇ ਇਹ ਜਿਹੜੀਆਂ ਚੀਜ਼ਾਂ ਨਾ, ਅਗਿਆਨ, ਇਹ ਜੀਵ ਨੂੰ ਨਾਮ ਤੇ ਨਿਸ਼ਚਾ ਨਹੀਂ ਆਉਣ ਦਿੰਦਾ।
फिर जदों असीं सतगुरु जी की बाणी सुनते हैं कन्नां नाल ते सुन के विश्वास आउंदा। महाराज जी सानू कहंदे ने, जगत में झूठी देखी प्रीत, अपने सुख स्यों ही सब लागे, क्या दारा क्या मीत। जदों साडे अंदर आसरा है माता पिता दा, पति पत्नी दा, बजुर्ग हो के बच्चों दा, अपने कोल इकट्ठी कीती हुई जायदाद दा, धन दा, समाज दे विच बनाए हुए मित्रां दा, अपने कोई चंगा असर रसूख रखाउंदे हुए अमीरां वजीरां दा, ये मन आसरे तक के रखदा, इन्हां नूं आसरे बना के रखदा ते इन्हां नाल प्रेम पाउंदा। मन विच इन्हां दे आसरे दा जिहड़ा है वो यकीन करदा, विश्वास करदा। ते पर महाराज सच्चे पातशाह जी कहंदे आ, ये आसरे इस तरह किर जांदे जिवें रेत दी कंध किरदी है। इसे करके महाराज जी ने शब्द कहे, जगत में झूठी देखी प्रीत। जगत दे अंदर महाराज कहंदे सारियां प्रीतां जिन्नियां झूठियां ने नाम तो बिना, क्योंकि देहां देहां नाल निभदियां नहीं, देहां दा वियोग पै जांदा ते फिर सच्चे पातशाह जी महाराज ये सानू सिक्ख्या दिंदे आ कि ਜਿਹੜੇ ਇਹ ਸੰਬੰਧ ਨੇ ਉਹ ਕੋਈ ਵੀ ਜਿਹੜਿਆਂ ਤੇ ਉੱਤੇ ਟੇਕ ਰੱਖੇਗਾ ਤੇ ਫਿਰ ਇੱਕ ਦਿਨ ਜਦੋਂ ਉਹ ਆਸਰਾ ਕਿਰ ਜਾਵੇਗਾ, ਡਿੱਗ ਜਾਵੇਗਾ, ਫਿਰ ਤੈਨੂੰ ਮਨ ਦੇ ਅੰਦਰ ਬੜਾ ਅਫਸੋਸ ਹੋਵੇਗਾ, ਦੁੱਖ ਹੋਵੇਗਾ, ਬੇਚੈਨੀ ਹੋਵੇਗੀ। ਕਿਉਂਕਿ ਆਸਰੇ ਤੇ ਖਲੋਤਾ ਨਾ ਮਨੁੱਖ ਆਸਰਾ ਰੱਖ ਕੇ, ਜਦੋਂ ਆਸਰਾ ਥੱਲੋਂ ਡਿੱਗ ਗਿਆ ਤੇ ਫਿਰ ਨਾਲ ਮਨੁੱਖ ਵੀ ਡਿੱਗ ਜਾਏਗਾ। ਡਿੱਗਣਾ ਕੀ ਹੁੰਦਾ? ਮਨ ਦਾ ਡਿੱਗਣਾ। ਡਿੱਗਣਾ ਕੀ ਹੁੰਦਾ? ਦੁਖੀ ਹੋ ਜਾਣਾ, परेशान हो जाना। प्रतख डिगे नालों वो डिगना बहुत ज़्यादा जिहड़ा है वो जबरदस्त आ, बड़ा ज़्यादा जीव की जिंदगी दे विच जिहड़ा है वो अहमियत रखदा है कि जदों मन करके ही कोई डिग जावे तां उहदे वास्ते फिर संसार दे अंदर सुख दा जिहड़ा स्वरूप है ना वो नहीं उहनूं प्राप्त हुंदा। वो डिग्या होया फिर बड़ा बेचैन ते दुखी रहिंदा। सतगुरु पातशाह जी महाराज कहंदे आ, इस करके पहलों ही जिहड़ा सानू ये सोचना चाहिदा है कि मैं आसरा किनू बना रहा, आधार किनू बना रहा, किहड़े चीज़ दे उत्ते मेरी टेक है, किस नूं मैं अपने मन दे अंदर मन्निया होया। ये कोई भांडे खड़कन दी आवाज़ आउंदी है ते थोड़ा जिहा ते सच्चे पातशाह जी महाराज कहंदे आ कि अपनी मन दे अंदर जिहड़ी तू टेक लई है ਉਹਦੀ ਵਿਚਾਰ ਕਰ, ਕਿਉਂਕਿ ਨਾਮ ਪਹਿਲੀਆਂ ਅਵਸਥਾ ਵਿੱਚ ਜੀਵ ਨੂੰ ਵਜੂਦ ਰੂਪ ਵਿੱਚ ਜਿਹੜਾ ਹੈ ਉਹ ਨਹੀਂ ਪ੍ਰਤੀਤ ਨਹੀਂ ਹੁੰਦਾ। ਸੂਖਸ਼ਮ ਹੈ ਮਹਾਰਾਜ ਦਾ ਨਾਮ, ਹਰ ਜੀ ਸੂਖਮ ਅਗਮ ਹੈ, ਕਹੋ ਕਿਤ ਬਿਦ ਪਾਇਆ ਜਾਏ। ਤੇ ਇਉਂ ਜਿਹੜੇ ਆ ਮਨ ਦੇ ਪ੍ਰਸ਼ਨ ਵੀ ਜਿਹੜੇ ਹੈ ਨਾ ਜਗਿਆਸਾ ਰੂਪ 'ਚ, ਉਹ ਵੀ ਮਹਾਰਾਜ ਸਾਹਿਬ ਜੀ ਸਾਨੂੰ ਪ੍ਰਗਟ ਕਰਕੇ ਦੱਸਦੇ ਆ ਜਦੋਂ ਜਗਿਆਸੂ ਦੇ ਮਨ 'ਚ ਆਉਂਦੇ ਆ। ਤੇ ਸਤਿਗੁਰੂ ਜੀ ਦੀ ਬਾਣੀ ਦੇ ਸੁਣਨ ਨਾਲ ਦਿਨ ਪਰ ਦਿਨ ਨਾਮ ਦੇ ਉੱਤੇ ਵਿਸ਼ਵਾਸ ਬਣਦਾ, ਨਾਮ ਦਾ ਮੰਨਣ ਮਨ ਕਰਨ ਲੱਗ ਜਾਂਦਾ ਹੈ, ਨਾਮ ਦੀ ਟੇਕ ਜਿਹੜਾ ਹੈ ਮਨ ਲੈਣ ਲੱਗ ਜਾਂਦਾ ਹੈ। ਤੇ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਧਾ ਨੇ ਪੁੱਛਿਆ, ਫਿਰ ਮਹਾਰਾਜ ਤੁਸੀਂ ਸਰਵਣ ਦੀ ਮਹਿਮਾ ਤੇ ਕਹੀ ਹੈ ਤੇ ਕਿਰਪਾ ਕਰਕੇ ਮਹਾਰਾਜ ਹੁਣ ਨਾਮ ਦੇ ਮੰਨਣ ਦੀ ਮਹਿਮਾ ਵੀ ਸਾਨੂੰ ਦੱਸੋ। ਤੇ ਇਹ ਫਿਰ ਸਤਿਗੁਰੂ ਜੀ ਨੇ ਕਿਹਾ, ਮੰਨੇ ਕੀ ਗਤ ਕਹੀ ਨਾ ਜਾਏ। ਗਤ ਤੇ ਵਿਸ਼ਰਾਮ ਲੱਗਦਾ, ਹਾਂਜੀ, ਜਿਹੜੀ ਸਿੱਧੋ ਨਾਮ ਦੇ ਮੰਨਣ ਵਾਲਿਆਂ ਦੀ ਜਿਹੜੀ ਗਤ ਰੀਤੀ ਹੈ ਨਾ, ਮਰਿਆਦਾ, ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਹੈ ਨਾ ਕਹੀ ਨਹੀਂ ਜਾ ਸਕਦੀ। ਗਤ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਦੀ ਗਤ ਜੋ ਵਿਵਸਥਾ ਹੈ, ਮਨ ਦੀ ਗਤ ਚਾਲ ਜੋ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਹ ਕਹੀ ਨਹੀਂ ਜਾ ਸਕਦੀ ਕਿ ਮਨ ਨੂੰ ਇੰਨੇ ਤੇਜ਼ ਨੂੰ ਉਹਨਾਂ ਨੇ ਕਿਵੇਂ ਰੋਕ ਲਿਆ। ਜਿਹੜਾ ਹੈ ਉਹਨਾਂ ਨੂੰ ਜਿਹੜਾ ਸਰੂਪ ਪ੍ਰਾਪਤ ਹੋਇਆ ਨਾ ਵਾਹਿਗੁਰੂ ਦਾ, ਗਤ ਹੁੰਦਾ ਗ੍ਰਹਿਣ ਕਰਨਾ, ਭਾਵ ਜਿਹੜਾ ਪ੍ਰਾਪਤ ਕੀਤਾ ਉਹਨਾਂ ਨੇ, ਕਿਸੇ ਪ੍ਰਕਾਰ ਜਿਹੜਾ ਹੈ ਕਿਹਾ ਨਹੀਂ ਜਾ ਸਕਦਾ ਸਰੂਪ ਕਿ ਉਹ ਕਿਹੋ ਜਿਹਾ ਸਰੂਪ ਹੈ।
ਹੁਕਮ ਨੂੰ ਮੰਨਣ ਵਾਲਿਆਂ ਨੂੰ ਜੋ ਪ੍ਰਾਪਤੀ ਹੁੰਦੀ ਹੈ, ਮਹਾਰਾਜ ਕਹਿੰਦੇ ਉਹ ਵੀ ਨਹੀਂ ਕਹੀ ਜਾ ਸਕਦੀ। ਜਿਹੜੀ ਪ੍ਰਾਪਤੀ, ਜਿਹੜੀ ਅਵਸਥਾ ਹੁਕਮ ਨੂੰ ਮੰਨਣ ਵਾਲਿਆਂ ਦੀ ਹੁੰਦੀ ਹੈ ਨਾ, ਮਹਾਰਾਜ ਕਹਿੰਦੇ ਉਹ ਭਾਈ ਕਹੀ ਨਹੀਂ ਜਾ ਸਕਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿੰਨੇ ਜਿੰਨੇ ਹੁਕਮ ਮੰਨਿਆ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੁਕਮ ਮੰਨਿਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ, ਤੇ ਕਿਸ ਅਵਸਥਾ ਨੂੰ ਪ੍ਰਾਪਤ ਹੋਏ। ਭਾਵੇਂ ਕਿ ਸਾਖੀਆਂ ਜਿਹੜੀਆਂ ਨਾ ਉਹ ਸਾਨੂੰ ਜਿਹੜਾ ਹੈ, ਜਿੱਦਾਂ ਜਿੰਨੇ ਅਰਥਾਂ 'ਚ ਨਾ ਜਿੱਦੇ ਸੁਰਤ ਲੱਗੇ ਤਾਂ ਉਹਨੂੰ ਫਿਰ ਸਾਖੀਆਂ ਨਾਲ ਇੰਟਰਸਟ ਬਣਦਾ ਹੈ ਸੁਣਨ ਦਾ। ਪਰ ਸਾਖੀ ਵੀ ਇੱਕ ਜਿਸ ਕੇਂਦਰ ਬਿੰਦੂ ਨੂੰ ਛੋਹ ਰਹੀ ਹੁੰਦੀ ਹੈ ਨਾ, ਉਹਨੂੰ ਆਪਾਂ ਜਿਸ ਧੁਰੇ ਦੁਆਲੇ ਘੁੰਮਦੀ ਹੈ, ਭਾਵ ਜਿਸ ਭਾਵ ਨੂੰ ਲੈ ਕੇ, ਜਿਸ ਅਰਥ ਨੂੰ ਸਪਸ਼ਟ ਕਰਨ ਵਾਸਤੇ ਸਾਖੀ ਕਹੀ ਗਈ, ਉਹਦੇ ਤੇ ਕੇਂਦਰ ਬਿੰਦੂ ਰਹੀਦਾ ਕਿ ਮੰਨੇ ਕੀ ਗਤ ਕਹੀ ਨਾ ਜਾਏ। ਉਹਨਾਂ ਨੂੰ ਜਿਹੜੀ ਗਤ ਪ੍ਰਾਪਤੀ ਹੁੰਦੀ ਹੈ, ਗਤ ਉਹਨਾਂ ਦੀ ਜਿਹੜੀ ਹਾਲਤ ਹੈ, ਗਤ ਉਹਨਾਂ ਦੀ ਜਿਹੜੀ ਰੀਤੀ ਹੈ, ਗਤ ਉਹਨਾਂ ਦੀ ਜਿਹੜੀ ਮਰਿਆਦਾ ਹੈ, ਮਹਾਰਾਜ ਕਹਿੰਦੇ ਕਹੀ ਨਹੀਂ ਜਾ ਸਕਦੀ। ਹੁਣ ਗੁਰੂ ਅੰਗਦ ਸਾਹਿਬ ਜੀ ਦੀ ਗਤ ਰੀਤੀ ਕੌਣ ਕਹਿ ਲੇਗਾ? ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਜਿਹੜੀ ਹੈ ਨਾ ਹਾਲਤ ਉਹ ਕੌਣ ਦੱਸ ਸਕਦਾ? ਮਹਾਰਾਜ ਨੂੰ ਕੀ ਪ੍ਰਾਪਤੀ ਹੋਈ ਹੈ ਇਹ ਕੌਣ ਦੱਸ ਸਕਦਾ? ਕਹੀ ਨਹੀਂ ਜਾ ਸਕਦੀ, ਕਿਉਂਕਿ ਸਤਿਗੁਰੂ ਜੀ ਨੇ ਹੁਕਮ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਤਿਗੁਰਾਂ ਜੀ ਨੇ 24,000 ਜਿਹੜੇ ਸੀ ਸਿੱਖ ਇਕੱਠੇ ਹੋਏ ਸੀ, ਜਦੋਂ ਮਹਾਰਾਜ ਪਰਖ ਕੀਤੀ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਤੇ ਉਹ ਸਾਖੀਆਂ ਤਾਂ ਕਿੰਨੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਿੱਕੜ ਚੋਂ ਬਾਟਾ ਕੱਢਣ ਲਈ ਆਖਿਆ, ਤੇ ਗੁਰੂ ਸਾਹਿਬ ਜੀ ਦੇ ਪੁੱਤਰਾਂ ਵੀ ਇਨਕਾਰ ਕੀਤਾ, ਤੇ ਹੋਰ ਵੀ ਜਿਹੜੇ ਸੀ ਉਹ ਮੌਕੇ ਤੇ ਨਾ ਇਸ ਮਹਾਰਾਜ ਦੇ ਹੁਕਮ ਨੂੰ ਮੰਨ ਸਕੇ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸੇ ਵੇਲੇ ਚਿੱਕੜ ਦੇ ਵਿੱਚ ਵੜ ਕੇ ਤੇ ਬਾਟਾ ਕੱਢ ਲਿਆ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਕਿੱਕਰਾਂ ਨੂੰ ਹਿਲਾਉਣ ਦੀ ਸਾਖੀ ਆਉਂਦੀ ਹੈ, ਤੇ ਇੱਥੇ ਮੈਂ ਜ਼ਰੂਰ ਜ਼ਿਕਰ ਕਰਦਾ ਕਿਉਂਕਿ ਆ ਕਿੱਕਰਾਂ ਦੇ ਹਿਲਾਉਣ ਵਾਲੀ ਸਾਖੀ ਤੇ ਨਾ ਤੇ ਕਈਆਂ ਨਾਸਤਿਕਾਂ ਨੇ ਬੜੇ ਆਪਣੇ ਵਿਚਾਰ ਦਿੱਤੇ ਆ। ਤੇ ਭਾਵੇਂ ਕਿ ਜਿਹੜੇ ਸ਼ਰਧਾਵਾਨ ਸਿੱਖ ਆ ਉਹ ਤਾਂ ਪਰਵਾਹ ਨਹੀਂ ਕਰਦੇ ਇਹਨਾਂ ਚੀਜ਼ਾਂ ਦੀ, ਤੇ ਕਰਨੀ ਵੀ ਨਹੀਂ ਚਾਹੀਦੀ, ਕਿਉਂਕਿ ਇੱਕ ਜਿਹੜਾ ਮਨੁੱਖ ਕੋਈ ਦੁਕਾਨ ਕਰਦਾ, ਕੋਈ ਜਾਂ ਆਪਣੇ ਹੋਰ ਵਿਵਹਾਰ ਕਰਦਾ, ਠੀਕ ਕਿਰਤ ਕਰਨੀ ਚੰਗੀ ਆ, ਪਰ ਉਹਨੂੰ ਗੁਰਮਤ ਦੇ ਗਿਆਨ ਬਾਰੇ ਕੀ ਪਤਾ? ਜੇ ਕੋਈ ਮੈਂ ਕਿਸੇ ਦੀ ਕਿਰਤ ਬਾਰੇ ਨਹੀਂ ਮਾੜਾ ਕਹਿਣ ਲੱਗਾ, ਪਰ ਇਹ ਕਹਿਣ ਲੱਗਾ ਵੀ ਜੇ ਕੋਈ ਟੈਕਸੀ ਚਲਾਉਣ ਵਾਲਾ ਉੱਠ ਕੇ ਕਥਾ ਕਰਨ ਲੱਗ ਜੇ, ਜੇ ਕੋਈ ਕੋਹਲੂ 'ਚ ਪਾ ਕੇ ਤਿਲਾਂ ਦਾ ਤੇਲ ਕੱਢਣ ਵਾਲਾ ਉੱਠ ਕੇ ਕਹੇ ਮੈਨੂੰ ਕੀਰਤਨ ਆਉਂਦਾ, ਤਾਂ ਫਿਰ ਭਾਵੇਂ ਕਿ ਆਪਣੇ ਭਲੇ ਲਈ ਸਿੱਖ ਨੂੰ ਕਰਨਾ ਚਾਹੀਦਾ, ਪਰ ਜਿਸ ਨੇ ਸਾਰੀ ਉਮਰ ਕੋਈ ਗਿਆਨ ਨਹੀਂ ਪ੍ਰਾਪਤ ਕੀਤਾ, ਸਿਰਫ ਸੰਸਾਰ ਦੇ ਗਿਆਨ ਦਾ ਪਤਾ ਹੈ, ਉਹ ਉੱਠ ਕੇ ਸਿੱਖੀ ਦੇ ਜਿਹੜੇ ਹੈ ਨਾ ਅਸੂਲਾਂ ਬਾਰੇ ਨਿਰਣਾ ਦੇਣ ਲੱਗ ਜਾਂਦੇ ਆ, ਤੇ ਫਿਰ ਅਨਰਥ ਹੋਊਗਾ ਹੀ। ਉਹ ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਸਿੱਖੀ ਦਾ ਦਾਅਵਾ ਕਰਦੇ ਆ, ਪਰ ਬਹੁਤ ਸਾਰਾ ਜ਼ਹਿਰ ਘੋਲਦੇ ਆ ਸਿੱਖ ਸੰਗਤਾਂ ਦੇ ਅੰਦਰ, ਤੇ ਕਿੱਕਰਾਂ ਨੂੰ ਜਿਹੜੀ ਆ ਮਠਿਆਈਆਂ ਕਿਵੇਂ ਲੱਗ ਸਕਦੀਆਂ ਨੇ। ਗੁਰੂ ਸਾਹਿਬ ਜੀ ਸਮਰੱਥ ਨੇ, ਜੋ ਚਾਹਣ ਕਰ ਸਕਦੇ ਆ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਗੁਰੂ ਸਮਰੱਥ ਨੇ। ਫਿਰ ਮਹਾਰਾਜ ਦੀ ਬਾਣੀ ਕਹਿੰਦੀ ਕਰਨ ਹਾਰ ਕੋ ਕਿਛ ਅਚਰਜ ਨਾ ਹੈ। ਵਾਹਿਗੁਰੂ ਵਾਸਤੇ ਕੁਝ ਵੀ ਅਚਰਜ ਨਹੀਂ ਹੈ, ਸਭ ਕੁਝ ਕਰ ਸਕਦੇ ਆ, ਤੇ ਗੁਰੂ ਸਾਹਿਬ ਪਰਮੇਸ਼ਰ ਰੂਪ ਨੇ। ਇਸ ਕਰਕੇ ਸਿੱਖਾਂ ਨੂੰ ਜਦੋਂ ਮਹਾਰਾਜ ਜੀ ਨੇ ਪਰਖਿਆ ਨਾ, ਤੇ ਗੁਰੂ ਸਾਹਿਬ ਜੀ ਦੀ ਬਾਬਤ ਲਿਖਿਆ ਏਕ ਸਵਾਨ ਦੋਏ ਸਵਾਨੀ ਨਾਲ। ਮਹਾਰਾਜ ਸਾਹਿਬ ਜੀ ਨੇ ਉਦੋਂ ਉਹ ਧਾਨਕ ਰੂਪ ਰਹਾ ਕਰਤਾਰ, ਇਹ ਮਹਾਰਾਜ ਸਾਹਿਬ ਜੀ ਨੇ ਆਪਣਾ ਸਰੂਪ ਭਿਆਨਕ ਬਣਾ ਲਿਆ, ਤੇ ਜਿਹੜਾ ਸੀ ਉਹ ਸਾਰਿਆਂ ਨੂੰ ਪਹਿਲੋਂ ਤਾਂ ਮਹਾਰਾਜ ਖੇਤੀ ਕਰਾਈ, ਹਾਂਜੀ ਖੇਤੀ ਕਰਾ ਕੇ ਪਹਿਲੋਂ ਕੀ ਭਾਣਾ ਵਰਤਾਇਆ ਕਿ ਬੜਾ ਜ਼ਿਆਦਾ ਕਾਲ ਪੈ ਗਿਆ, ਬੜੀ ਜ਼ਿਆਦਾ ਪਾਣੀ ਦੀ ਥੁੜ ਆ ਗਈ, ਤੇ ਫਿਰ ਕੀ ਹੋਇਆ ਕਿ ਥੋੜੀ ਖੇਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਾਈ, ਤੇ ਸਿੱਖਾਂ ਨੇ ਬੜੀ ਮਿਹਨਤ ਨਾਲ ਕੀਤੀ ਕਿ ਚਲੋ ਹੁਣ ਅਨਾਜ ਆਇਆ, ਤੇ ਵੀ ਜਿਹੜਾ ਹੈ ਉਹ ਦੁਰਭਿੱਖ ਦਾ ਕਾਲ ਦਾ ਸਮਾਂ ਜਿਹੜਾ ਹੁਣ ਦੂਰ ਹੋਊਗਾ। ਤੇ ਸਾਰਾ ਅਨਾਜ ਦੇ ਬੋਹੜ ਲਵਾ ਕੇ ਨਾ ਮਹਾਰਾਜ ਨੇ, ਤੇ ਫਿਰ ਸਤਿਗੁਰੂ ਜੀ ਨੇ ਆਗਿਆ ਕੀਤੀ ਵੀ ਇਹਨੂੰ ਅੱਗ ਲਾ ਦਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਖਿਆ, ਤੇ ਉਹ ਸਿੱਖ ਕਹਿੰਦੇ ਮਹਾਰਾਜ ਤਾਂ ਇੰਨੀ ਬੜੀ ਜ਼ਿਆਦਾ ਮਿਹਨਤ ਨਾਲ ਅਸੀਂ ਕੀਤਾ, ਤੇ ਸਾਥੋਂ ਤਾਂ ਨਹੀਂ ਹੁਣ ਅੱਗ ਲੱਗਦੀ। ਜਿਨ੍ਹਾਂ ਨਹੀਂ ਬਚਨ ਮੰਨਿਆ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਚਲੇ ਗਏ।
ਵੀ ਇੰਨੀ ਮਿਹਨਤ ਕਰਾ ਕੇ। ਵੇਖੋ ਕਰਤਾਰਪੁਰ ਸਾਹਿਬ ਦਾ ਇਹ ਬਚਨ ਹੈ ਕਿ ਸਾਨੂੰ ਹੁਣ ਮਹਾਰਾਜ ਕਹਿੰਦੇ ਅੱਗ ਲਾ ਦਿਓ, ਸਾਥੋਂ ਤਾਂ ਨਹੀਂ ਲੱਗਦੀ। ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਸਮਰੱਥ ਨਹੀਂ ਜਾਣਿਆ, ਸਮਝਿਆ ਵੀ ਅੰਨ ਪੈਦਾ ਕੀਤਾ ਤੇ ਇਹਦਾ ਨੁਕਸਾਨ ਹੋ ਜਾਊਗਾ। ਤੇ ਗੁਰੂ ਸਾਹਿਬ ਜੀ ਤਾਂ ਦ੍ਰਿਸ਼ਟੀ ਨਾਲ ਹੀ ਜਿੱਥੇ ਮਰਜ਼ੀ ਆ ਅੰਨ ਧਨ ਪੈਦਾ ਕਰ ਸਕਦੇ ਆ। ਤੇ ਜਿਨ੍ਹਾਂ ਨੇ ਬਚਨ ਮੰਨਿਆ, ਆਖਿਆ ਮਹਾਰਾਜ ਤੁਸੀਂ ਪੈਦਾ ਕਰਵਾਇਆ ਸੀ, ਤੁਸੀਂ ਇਹ ਖੇਤੀ ਕਰਵਾਈ ਸੀ, ਤੁਸੀਂ ਅੱਗ ਲਵਾਉਣੇ ਤਾਂ ਮਹਾਰਾਜ ਅਸੀਂ ਲਾ ਦਿੰਦੇ ਆ। ਤੇ ਫਿਰ ਲਵਾਤੀ ਸਿੱਖਾਂ ਕੋਲ ਅੱਗ। ਫਿਰ ਆਪਣਾ ਸਰੂਪ ਇਦਾਂ ਦਾ ਭਿਆਨਕ ਬਣਾਇਆ, ਜਿਹੜਾ ਕੋਈ ਮਗਰ ਆਵੇ ਮਹਾਰਾਜ ਸਾਹਿਬ ਉਹਦੇ ਸੋਟਾ ਮਾਰਨ। ਤੇ ਫਿਰ ਵੀ ਸਿੱਖ ਮਗਰ ਆਉਣ। ਕਈਆਂ ਨੂੰ ਫਿਰ ਮਹਾਰਾਜ ਜਿਹੜੇ ਸੀ ਹੀਰੇ ਚਾਂਦੀ ਜਵਾਹਰਾਤ ਦਿਖਾਏ। ਉਹ ਫਿਰ ਇਹ ਸੋਚ ਕੇ ਕਿ ਹੁਣ ਮਹਾਰਾਜ ਸਾਹਿਬ ਨੇ ਪਤਾ ਨਹੀਂ ਕਿੱਦਾਂ ਦਾ ਸਵਾਂਗ ਧਾਰਨ ਕਰ ਲਿਆ ਤੇ ਕਾਹਨੂੰ ਕੁੱਟ ਖਾਣੀ ਹੈ, ਚਲੋ ਮਨਾ ਹੀਰੇ ਲੈ ਕੇ ਘਰ ਨੂੰ ਮੁੜ ਚੱਲੀਏ, ਸੋਨਾ ਲੈ ਕੇ ਘਰ ਨੂੰ ਮੁੜ ਚੱਲੀਏ। ਬਹੁਤ ਮੁੜ ਗਏ। ਫਿਰ ਵੀ ਜਿਹੜੇ ਕਈ ਸਿੱਧਕ ਰੱਖ ਕੇ ਆਏ ਉਹਨਾਂ ਨੂੰ ਵੀ ਡਾਂਗਾ ਵੱਜਣ। ਤੇ ਫਿਰ ਉਹਨਾਂ ਸਾਰਿਆਂ ਚੋਂ ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਰਹਿ ਗਏ ਸੀ ਸਿੱਖ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਤੇ ਭਾਈ ਸਧਾਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਗਰੀਬ ਨਵਾਜ ਦੇ ਜਾਂਦੇ ਸੀਗੇ। ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਇੱਕ ਇੱਕ ਕੁਤਕਾ ਜੜਿਆ ਇਹਨਾਂ ਦੇ ਵੀ, ਤੇ ਫਿਰ ਇਹ ਨਹੀਂ ਪਿੱਛੇ ਮੁੜੇ ਕਿ ਮਹਾਰਾਜ ਕਹਿੰਦੇ ਸਾਡੇ ਮਗਰ ਕਿਉਂ ਆਉਂਦੇ ਹੋ, ਕਿਉਂ ਕੁਤਕੇ ਖਾਂਦੇ ਹੋ? ਮਹਾਰਾਜ ਤੁਹਾਡੇ ਸਿੱਖਾਂ ਕਿੱਥੇ ਜਾਈਏ? ਤੇ ਫਿਰ ਹੁਕਮ ਨੂੰ ਮੰਨਣ ਦੀ ਖੇਡ ਕਿ ਗੁਰੂ ਸਾਹਿਬ ਜੀ ਨੇ ਇਹ ਇਤਿਹਾਸ 'ਚ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਬਚਨ ਸੁਣਾਇਆ, ਇਤਿਹਾਸ 'ਚ ਜ਼ਿਕਰ ਆਉਂਦਾ ਹੈ। ਤੇ ਇਹ ਕਰਤਾਰਪੁਰ ਸਾਹਿਬ ਵਾਪਰਿਆ ਵੀ ਕਵੀਰਾਜ ਜੀ ਨੇ ਜ਼ਿਕਰ ਕੀਤਾ। ਤੇ ਕਿਉਂਕਿ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਵਾਰੀ ਪੁੱਛਿਆ ਕਿ ਸਾਨੂੰ ਗੁਰੂ ਨਾਨਕ ਸਾਹਿਬ ਦਾ ਕੋਈ ਬਚਨ ਸੁਣਾਓ। ਤੇ ਫਿਰ ਜਦੋਂ ਮਹਾਰਾਜ ਦੂਸਰਾ ਯੁੱਧ ਫਤਿਹ ਕਰ ਹਟੇ ਸੀ ਨਾ ਸ੍ਰੀ ਹਰਗੋਬਿੰਦਪੁਰ ਦਾ, ਉੱਥੇ ਬਾਬਾ ਬੁੱਢਾ ਸਾਹਿਬ ਨੇ ਬਚਨ ਸੁਣਾਇਆ ਸੀ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਜੰਗਲ ਦੇ ਵਿੱਚ ਇਹ ਜਿਹੜਾ ਸੀ ਉਹ ਮਾਇਆ ਏਦਾਂ ਵਰਤਾਤੀ, ਇੱਕ ਮੁਰਦਾ ਉਹਦੇ ਤੇ ਚਿੱਟਾ ਕੱਪੜਾ ਪਿਆ। ਤੇ ਮਹਾਰਾਜ ਕਹਿੰਦੇ ਚੰਗਾ ਜੇ ਸਾਡੇ ਸਿੱਖ ਹੋ ਤੇ ਮੁਰਦਾ ਖਾਓ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਧਰ ਨੂੰ ਪ੍ਰੇਰਿਆ ਤੇ ਉਹ ਫਿਰ ਬਾਬਾ ਬੁੱਢਾ ਸਾਹਿਬ ਕਹਿੰਦੇ ਉਦੋਂ ਮੈਂ ਤੇ ਭਾਈ ਸਧਾਰਨ ਜਿਹੜੇ ਸੀ ਨਾ, ਅਸੀਂ ਵੀ ਝਾੜੀਆਂ ਦੇ ਓਲੇ ਹੋ ਗਏ ਸੀ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਦੋਂ ਪਰਿਕਰਮਾ ਕਰੀ ਜਾਂਦੇ ਸੀ ਤੇ ਮਹਾਰਾਜ ਨੇ ਆਖਿਆ ਵੀ ਭਾਈ ਪੁਰਖਾ ਨੂੰ ਪਰਿਕਰਮਾ ਕਰੀ ਜਾਂਦੇ ਹੋ ਤੇ ਮਹਾਰਾਜ ਕਿਹੜੇ ਪਾਸੇ ਖਾਵਾਂ? ਮਹਾਰਾਜ ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਖਾਓ। ਤੇ ਮਹਾਰਾਜ ਦੀਆਂ ਜਨਮ ਸਾਖੀਆਂ 'ਚ ਵੀ ਜ਼ਿਕਰ ਆਉਂਦਾ ਕਿ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਫਿਰ ਪਰਦਾ ਚੱਕਿਆ ਉਤੋਂ ਤੇ ਸਾਰੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਸੀ। ਸਾਰੀ ਕਲਾ ਮਹਾਰਾਜ ਸਾਹਿਬ ਨੇ ਇਸ ਤਰ੍ਹਾਂ ਵਰਤਾਈ। ਤੇ ਫਿਰ ਜਦੋਂ ਇਹ ਸਾਰੀ ਮਹਾਰਾਜ ਨੇ ਖੇਡ ਲੋਪ ਕਰਤੀ ਨਾ ਮੁਰਦੇ ਵਾਲੀ, ਫਿਰ ਮਹਾਰਾਜ ਨੇ ਆਪਣੇ ਕੰਠ ਨਾਲ ਲਾ ਕੇ ਤੇ ਗਰੀਬ ਨਵਾਜ ਨੇ ਆਪਣੇ ਅੰਗਾਂ ਨਾਲ ਲਾ ਕੇ ਅੰਗਦ ਦੇਵ ਬਣਾਤਾ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਪਾਵਨ ਸ਼੍ਰੀ ਲਹਿਣਾ ਜੀ ਨੂੰ। ਤੇ ਮਹਾਰਾਜ ਨੇ ਇਹ ਵੀ ਪੁੱਛਿਆ ਸੀ ਭਾਈ ਤੁਸੀਂ ਓਲੇ ਨਹੀਂ ਹੋਏ ਜਦੋਂ ਅਸੀਂ ਕਿਹਾ ਸੀ, ਕਿਉਂਕਿ ਬਾਕੀ ਓਲੇ ਹੋ ਗਏ, ਤੁਸੀਂ ਵੀ ਓਲੇ ਹੋ ਜਾਣਾ ਸੀ। ਤੇ ਫਿਰ ਮਹਾਰਾਜ ਨੇ ਕਿਹਾ ਕਿਸੇ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ। ਮਹਾਰਾਜ ਕਿਸੇ ਨੂੰ ਤਾਂ ਕਿਸੇ ਦਾ ਆਸਰਾ, ਪਰ ਸਾਨੂੰ ਤਾਂ ਸਾਡਾ ਤੇ ਤੂੰ ਪਰਬਤ ਮੇਰਾ ਓਲਾ ਰਾਮ। ਮਹਾਰਾਜ ਮੇਰਾ ਤੇ ਓਲਾ ਵੀ ਤੁਸੀਂ ਹੋ, ਅਸੀਂ ਕਿਹਦੇ ਓਲੇ ਹੋ ਜਾਂਦੇ ਸੱਚੇ ਪਾਤਸ਼ਾਹ? ਇਹ ਗੁਰੂ ਸਾਹਿਬ ਜੀ ਨੇ ਇੰਨਾ ਹੁਕਮ ਮੰਨਿਆ। ਤੇ ਫਿਰ ਸਤਿਗੁਰੂ ਜੀ ਨੇ ਆਪਣੇ ਸਰੂਪ ਦੀ ਸਾਖਿਆਤਤਾ ਬਖਸ਼ੀ। ਮਹਾਰਾਜ ਨੇ ਆਪਣੀ ਗੁਰਿਆਈ ਤਖਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਇਹ ਮੰਨੇ ਦੀ ਜਿਹੜੀ ਗਤ ਹਾਲਤ ਵਾ, ਮੰਨ ਵਾਹਿਗੁਰੂ ਦੇ ਨਾਮ ਦੇ ਮੰਨਣ ਦੀ, ਹੁਕਮ ਨੂੰ ਮੰਨਣ ਦੀ ਜਿਹੜੀ ਅਵਸਥਾ ਹੈ ਉਹ ਕਹੀ ਨਹੀਂ ਜਾ ਸਕਦੀ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹੁਕਮ ਮੰਨਿਆ। ਜਦੋਂ ਪ੍ਰਿਥੀ ਚੰਦ ਜੀ ਨੇ ਮਨਾ ਕਰ ਦਿੱਤਾ, ਮਹਾਰਾਜ ਦੇ ਤਾਇਆ ਜੀ ਸਹਾਰੀ ਮੱਲ ਜੀ ਜਦੋਂ ਆਏ ਸੀ ਲਾਹੌਰ ਤੋਂ ਚੱਲ ਕੇ, ਤੇ ਫਿਰ ਬਾਬਾ ਮਹਾਦੇਵ ਜੀ ਨੇ ਵੀ ਇਨਕਾਰ ਕਰ ਦਿੱਤਾ। ਪ੍ਰਿਥੀ ਚੰਦ ਜੀ ਤਾਂ ਇਹ ਸੋਚਦੇ ਸੀ ਨਾ ਵੀ ਜੇ ਚਲ ਗਿਆ ਤੇ ਗੁਰਿਆਈ ਤੋਂ ਮੈਂ ਵਾਂਝਾ ਰਹਿ ਜਾਵਾਂਗਾ, ਇਸ ਕਰਕੇ ਕੋਲ ਰਹਿਣਾ ਚਾਹੁੰਦਾ ਸੀ ਮਹਾਰਾਜ ਜੀ ਦੇ। ਤੇ ਬਾਬਾ ਮਹਾਦੇਵ ਜੀ ਅਵਧੂਤ ਬਿਰਤੀ ਸੀ ਤੇ ਉਹ ਕਹਿੰਦੇ ਮੈਂ ਰਿਸ਼ਤੇਦਾਰਾਂ ਤੋਂ ਲੈਣਾ ਕੀ ਆ, ਉਹ ਉਹਨਾਂ ਨੇ ਵੀ ਇਨਕਾਰ ਕਰਤਾ। ਤੇ ਫਿਰ ਗੁਰੂ ਮਹਾਰਾਜ ਸਾਹਿਬ ਜੀ ਖਫੇ ਹੋ ਗਏ। ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਬੁਲਾ ਕੇ ਤੇ ਆਖਿਆ ਆਪਣੇ ਤਾਇਆ ਜੀ ਦੇ ਨਾਲ ਜਾਓ, ਵਿਆਹ ਦਾ ਕਾਰਜ ਹੈ। ਮਹਾਰਾਜ ਦੋਵਾਂ ਪੁੱਤਰਾਂ ਦੇ ਨਾਂ ਕਰਨ ਤੋਂ ਖਫੇ ਸੀ ਤੇ ਸਤਿਗੁਰੂ ਜੀ ਨੇ ਆਗਿਆ ਕਰਤੀ ਜਿੰਨਾ ਚਿਰ ਬੁਲਾਈਏ ਨਾ ਉਹਨਾਂ ਚਿਰ ਆਉਣਾ ਨਹੀਂ ਤੁਸੀਂ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਚਰਨ ਪਰਸਦਿਆਂ ਆਖਿਆ ਪਿਤਾ ਜੀ ਵੀ ਚਿੱਠੀ ਲਿਖ ਸਕਦੇ ਆ ਜਾਂ ਨਹੀਂ? ਮਹਾਰਾਜ ਕਹਿੰਦੇ ਹਾਂ ਪੱਤਰ ਲਿਖ ਸਕਦੇ ਹੋ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉੱਥੇ ਜਿਹੜਾ ਸੀ ਵਿਆਹ ਕਾਰਜ ਵਿੱਚ ਉਹ ਸਾਰਾ ਵਿਆਹ ਕਾਰਜ ਭੁਗਤਾਇਆ ਤੇ
ਉੱਥੇ ਮੈਂ ਦਰਸ਼ਨ ਕਰਨ ਗਿਆ ਸੀਗਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਅਵਤਾਰ ਧਾਰਨ ਦਾ ਸਥਾਨ ਚੂਨਾ ਮੰਡੀ ਲਾਹੌਰ। ਤੇ ਉੱਥੇ ਬਾਬਾ ਜੀ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਇਮਾਰਤ ਦੀ ਸੇਵਾ ਕਰਵਾ ਰਹੇ ਆ। ਤੇ ਸਾਹਮਣੇ ਨਾ 12 ਦਰੀ ਹੁਣ ਚਿੰਨ੍ਹ ਰਹਿ ਗਏ ਕੇਵਲ, ਤੇ ਉਹਨੂੰ ਬਾਜ਼ਾਰ ਦੇ ਵਿੱਚ ਲੈ ਲਿਆ। ਉਸ 12 ਦਰੀ ਦੇ ਉੱਪਰ ਖਲੋ ਕੇ ਮਹਾਰਾਜ ਸਾਹਿਬ ਜੀ ਸਾਰੀ ਰਾਤ ਵੇਖਦੇ ਰਹਿੰਦੇ ਹੁੰਦੇ ਸੀ ਸਤਿਗੁਰੂ ਜੀ ਹਰਿਮੰਦਰ ਸਾਹਿਬ ਵੱਲ ਨੂੰ, ਅੰਮ੍ਰਿਤਸਰ ਸਾਹਿਬ ਵੱਲ ਨੂੰ। ਤੇ ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਬਲ ਭਰੇ ਪੱਤਰ ਜਿਹੜੇ ਸੀ ਨਾ ਉਹ ਲਿਖੇ। ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਇਹ ਮਹਾਰਾਜ ਜੀ ਨੇ ਪੱਤਰ ਲਿਖੇ। ਹੋਰ ਵੀ ਮਹਾਰਾਜ ਸਾਹਿਬ ਨੇ ਸ਼ਬਦ ਜਿਹੜੇ ਸੋਰਠ ਰਾਗ ਚ ਵੀ ਕਿਹਾ ਹੈ, ਦਹ ਦਿਸੇ ਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਹੁ ਨੈਨਹੁ ਫਿਰ ਪਰਦੇਸ ਸੁਧਾਇਓ, ਹੁਣ ਨਹੀਂ ਸੰਦੇਸ਼ ਰੋ ਮਾਇਓ, ਏਕ ਕੋਸਰੋ ਸਿਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਇਹ ਸੱਚੇ ਪਾਤਸ਼ਾਹ ਜੀ ਨੇ ਪਿਆਰ ਦੇ ਵਿੱਚ ਸਤਿਗੁਰਾਂ ਜੀ ਨੇ ਇਹ ਸ਼ਬਦ ਜਿਹੜੇ ਸੀ ਉਚਾਰਨ ਕੀਤੇ। ਉਹ ਪ੍ਰਿਥੀ ਚੰਦ ਨੇ ਸਿੱਖ ਕੋਲੋਂ ਚਿੱਠੀਆਂ ਜਿਹੜੀਆਂ ਸੀ ਲੈ ਕੇ ਲਕਾ ਲਈਆਂ ਸੀ। ਦੂਸਰੀ ਚਿੱਠੀ ਵੀ ਲਕਾ ਲਈ ਸੀ ਜਿਹਦੇ ਵਿੱਚ ਮਹਾਰਾਜ ਕਿਹਾ, ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ। ਇਉਂ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹਦੇ ਚ ਕਿਹਾ ਕਿ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਜਦੋਂ ਤੀਸਰਾ ਪੱਤਰ ਉਹ ਘੱਲਿਆ ਸੀ ਨਾ, ਜਿਹਦੇ ਚ ਲਿਖਿਆ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰੇਤਤ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਫਿਰ ਇਹ ਪੱਤਰ ਮਹਾਰਾਜ ਆਖਿਆ ਸਿੱਖ ਨੂੰ ਵੀ ਤੂੰ ਨਾ ਲੁਕ ਕੇ ਰਹੀਂ, ਜਦੋਂ ਪਿਤਾ ਸਤਿਗੁਰੂ ਜੀ ਦਰਬਾਰ ਸਜੇਗਾ ਉਦੋਂ ਦਰਬਾਰ 'ਚ ਹੀ ਜਾ ਕੇ ਪਿਤਾ ਜੀ ਦੇ ਸਾਹਮਣੇ ਰੱਖੀ। ਤੇ ਸਿੱਖ ਨੇ ਫਿਰ ਇਉਂ ਹੀ ਕੀਤਾ, ਪ੍ਰਿਥੀ ਚੰਦ ਤੋਂ ਲੁਕ ਕੇ ਰਿਹਾ। ਤੀਸਰਾ ਪੱਥਰ ਜਾ ਮਹਾਰਾਜ ਦੇ ਅੱਗੇ ਰੱਖਿਆ, ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਜਦੋਂ ਪੱਤਰ ਪੜ੍ਹਿਆ ਤੇ ਇੰਨੀ ਬੇਬਲਤਾ ਵਾਲੀ ਬਾਣੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸਤਿਗੁਰੂ ਜੀ ਦਾ ਕੰਠ ਰੁਕ ਗਿਆ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ। ਕੁਝ ਸਮਾਂ ਰੁਕ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਕਿ ਜਾਓ ਸਾਡੇ ਪੁੱਤਰ ਨੂੰ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਜੀ ਲੈ ਕੇ ਆਏ। ਫਿਰ ਸਤਿਗੁਰੂ ਜੀ ਪਾਤਸ਼ਾਹ ਜੀ ਮਹਾਰਾਜ ਜਦੋਂ ਆਏ ਗੁਰੂ ਅਰਜਨ ਸਾਹਿਬ, ਤਾਂ ਦੂਰੋਂ ਪਿਤਾ ਜੀ ਨੂੰ ਵੇਖ ਕੇ ਡੰਡੌਤ ਕੀਤੀ। ਪੁਲਕਾਤ ਅਵਸਥਾ ਆ ਗਈ, ਰੋਮ ਖੜੇ ਹੋ ਗਏ। ਸਤਿਗੁਰੂ ਜੀ ਨੇ ਉੱਠ ਕੇ ਆਪਣੇ ਕੰਠ ਲਾਇਆ ਤੇ ਭੱਟਾਂ ਨੇ ਕਿਹਾ, ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤ ਅਰਜਨ ਮਾਹੇ ਧਰੀ। ਧੰਨ ਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਜੋਤ ਜਿਹੜੀ ਸੀ ਨਾ ਗੁਰੂ ਅਰਜਨ ਸਾਹਿਬ ਦੇ ਅੰਦਰ ਟਿਕਾਤੀ। ਤੇ ਫਿਰ ਆਖਿਆ ਇਹ ਸ਼ਬਦ ਦਾ ਬੰਦ ਜਿਹੜਾ ਉਹ ਸੰਪੂਰਨ ਕਰੋ। ਤੇ ਵਿਸਾਖੀ ਲੰਬੀ ਹੈ, ਮਹਾਰਾਜ ਨੇ ਉਸ ਤੀਸਰਾ ਅੰਕ ਪਾਇਆ ਸੀ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਪੁੱਛਿਆ, ਫਿਰ ਗੁਰੂ ਸਾਹਿਬ ਨੇ ਆਖਿਆ ਕਿ ਮਹਾਰਾਜ ਅਸੀਂ ਪਹਿਲੋਂ 2 ਪੱਤਰ ਲਿਖੇ ਆ। ਤੇ ਉਹ ਸਿੱਖ ਲਾਗੇ ਖਲੋਤਾ ਸੀ, ਉਹਨੇ ਕਿਹਾ ਮਹਾਰਾਜ ਪ੍ਰਿਥੀ ਚੰਦ ਨੂੰ ਦਿੱਤੇ ਆ। ਪ੍ਰਿਥੀ ਚੰਦ ਮੁੱਕਰਿਆ ਬਹੁਤ। ਸਤਿਗੁਰੂ ਜੀ ਦੇ ਅੱਗੇ ਫਿਰ ਜਿਹੜੇ ਸੀ ਚੰਗੇ ਸ਼ਬਦ ਨਹੀਂ ਜਿਹੜੇ ਪ੍ਰਿਥੀ ਚੰਦ ਜੀ ਨੇ ਕਹੇ। ਤੇ ਫਿਰ ਸਿੱਖ ਨੂੰ ਵੀ ਬੁਰਾ ਸ਼ਬਦ ਬੋਲਿਆ। ਮਹਾਰਾਜ ਘਰੋਂ ਪੱਤਰਕਾਂ ਮੰਗਾ ਲੀਆਂ, ਫਿਰ ਵੀ ਪ੍ਰਿਥੀ ਚੰਦ ਨਾ ਮੰਨਿਆ। ਸਿੱਖ ਨੂੰ ਕੰਗਾਲ ਕਿਹਾ। ਫਿਰ ਗੁਰੂ ਰਾਮਦਾਸ ਸਾਹਿਬ ਨੇ ਵੀਰ ਰਸ ਧਾਰ ਕੇ ਆਖਿਆ, ਜਿਹੜੇ ਸਾਡੇ ਸਿੱਖ ਨੂੰ ਤੂੰ ਪ੍ਰਿਥੀ ਚੰਦ ਕੰਗਾਲ ਕਿਹਾ, ਜਾਂ ਤੇਰੀਆਂ ਆਉਣ ਵਾਲੀਆਂ ਵੰਸਾਂ ਸਾਡੇ ਸਿੱਖਾਂ ਤੋਂ ਮੰਗ ਕੇ ਖਾਇਆ ਕਰਨਗੀਆਂ। ਮਹਾਰਾਜ ਸਿੱਖਾਂ ਦਾ ਨਰਾਦਰ ਨਹੀਂ ਸੀ ਸਹਾਰਦੇ ਸੱਚੇ ਪਾਤਸ਼ਾਹ ਜੀ ਮਹਾਰਾਜ। ਤੇ ਇਉਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰਾਂ ਜੀ ਨੇ ਫਿਰ ਉਹ ਗੁਰਿਆਈ ਤਖਤ ਜਿੱਥੇ ਦਿੱਤਾ, ਨਾਲ ਆਗਿਆ ਕੀਤੀ ਭਾਈ ਸ਼ਬਦ ਸੰਪੂਰਨ ਕਰੋ। ਫਿਰ ਮਹਾਰਾਜ ਆਖਿਆ ਸੀ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ। ਇਸ ਤਰ੍ਹਾਂ ਜਿਹੜਾ ਹੁਕਮ ਨੂੰ ਮੰਨਣਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਕਮ ਮੰਨਿਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਗਤ ਹਾਲਤ ਨੂੰ ਪ੍ਰਾਪਤ ਹੋਏ ਜਿਹੜੀ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਅਵਸਥਾ ਨੂੰ ਪ੍ਰਾਪਤ ਹੋਏ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋਈ। ਜਿਹੜੀ ਹੈ ਕੋਈ ਕਹੇ ਕਿ ਜਿਹੜੀ ਵਾਹਿਗੁਰੂ ਦੇ ਨਾਮ ਦੇ ਮੰਨਣ ਦੀ ਜਿਹੜੀ ਹੈ ਮਰਿਆਦਾ ਰੀਤੀ, ਉਹ ਮੈਂ ਕਥਨ ਕਰ ਸਕਦਾ ਹਾਂ, ਅਵਸਥਾ ਨੂੰ ਕਹਿ ਸਕਦਾ ਹਾਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਹਾ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਮੰਨਣ ਵਾਲਿਆਂ ਦੀ ਰੀਤੀ ਮਰਿਆਦਾ ਜਿਹੜੀ ਆ ਕਹਿਣ ਦਾ ਕੋਈ ਕਹੇ ਕਹੀਆ ਕਰੇ ਕਿ ਆਪਣੀ ਅਕਲ ਤੇ ਕਿ ਮੈਂ ਆਪਣੀ ਅਕਲ ਨਾਲ ਮੈਂ ਸਮੱਗਰ ਕਹਿ ਲਵਾਂਗਾ, ਸਾਰੀ ਕਹਿ ਲਵਾਂਗਾ। ਸਤਿਗੁਰੂ ਜੀ ਕਹਿੰਦੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਮੰਨਣ ਦਾ ਮਹੱਤਵ ਕਿਹਾ। ਵਾਹਿਗੁਰੂ ਦੇ ਨਾਮ ਨੂੰ ਜੇ ਕੋਈ ਮਨ ਵਿੱਚ
ਮੰਨਣ ਕਰਦਾ ਹੈ, ਮਨ ਵਿੱਚ ਵਸਾਉਂਦਾ ਹੈ, ਨਾਮ ਦੇ ਉੱਤੇ ਨਿਸ਼ਚਾ ਕਰਦਾ ਹੈ, ਤਾਂ ਸੱਚੇ ਪਾਤਸ਼ਾਹ ਜੀ ਨੇ ਨਾਮ ਦੇ ਮੰਨਣ ਦੀ ਮਹਿਮਾ ਇਸ ਪੌੜੀ ਦੇ ਅੰਦਰ ਕਹੀ ਹੈ। ਸਿੱਧਾਂ ਨੇ ਜਦੋਂ ਬੇਨਤੀ ਕੀਤੀ ਕਿ ਮਹਾਰਾਜ ਸਰਵਣ ਦੀ ਮਹਿਮਾ ਆਪ ਜੀ ਨੇ ਕਹੀ ਹੈ ਤੇ ਮੰਨਣ ਦੀ ਮਹਿਮਾ ਵੀ ਸਾਨੂੰ ਕਿਰਪਾ ਕਰਕੇ ਦੱਸੋ, ਤੇ ਇਹਦੇ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਹੁਕਮ ਮੰਨਿਆ, ਉਹ ਆਪਾਂ ਜ਼ਿਕਰ ਕੀਤਾ ਪਿੱਛੇ। ਤੇ ਸਤਿਗੁਰੂ ਜੀ ਨੇ ਹੁਕਮ ਮੰਨ ਕੇ ਕੀ ਵਡਿਆਈ ਪਾਈ, ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਨਿਬੜੇ ਸੱਚੇ ਪਾਤਸ਼ਾਹ। ਭਾਵੇਂ ਕਿ ਗੁਰੂ ਸਾਹਿਬ ਜੀ ਗੁਰਿਆਈ ਨਹੀਂ ਲੈਣਾ ਚਾਹੁੰਦੇ, ਤੇ ਪਰ ਸਤਿਗੁਰੂ ਜੀ ਨੇ ਇਹ ਵੱਡੀ ਵਡਿਆਈ ਦਿੱਤੀ। ਜੇ ਆਪਾਂ ਆਪਣਾ ਇਤਿਹਾਸ ਵੇਖੀਏ ਨਾ, ਜਿਹਨੂੰ ਕਿਸੇ ਨੂੰ ਗੁਰਿਆਈ ਦੀ ਭੁੱਖ ਹੋਈ ਮਨ ਦੇ ਅੰਦਰ, ਉਹਨੂੰ ਨਹੀਂ ਮਿਲੀ। ਪ੍ਰਿਥੀ ਚੰਦ ਨੂੰ ਸੀਗੀ ਭੁੱਖ, ਉਹਨਾਂ ਨੂੰ ਨਹੀਂ ਮਿਲੀ। ਤੇ ਜੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ ਚਾਹੁੰਦੇ ਸੀ, ਨਹੀਂ ਮਿਲੀ। ਤੇ ਇੱਥੋਂ ਤੱਕ ਜ਼ਿਕਰ ਆਉਂਦਾ ਹੈ ਕਿ ਹੁਕਮ ਮੰਨਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ। ਆਪ ਸਤਿਗੁਰੂ ਜੀ ਨੇ ਆਪਣੇ ਹੁੰਦਿਆਂ ਪਰਖ ਕੀਤੀ, ਤੇ ਇਹ ਭੱਟਾਂ ਨੇ ਸਵਈਆਂ 'ਚ ਕਿਹਾ, ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਇਹ ਬਚਨ ਕਹੇ ਆ। ਤੇ ਉਹਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਤੇ ਬਾਬਾ ਮੋਹਨ ਜੀ ਨੇ ਆਖ ਦਿੱਤਾ ਸੀ, ਇਹ ਸਾਡੀ ਦਾਤ ਤੁਸੀਂ ਇਹਨਾਂ ਨੂੰ ਕਿਉਂ ਦਿੱਤੀ ਹੈ, ਇਹ ਤਾਂ ਸਾਡੇ ਘਰ ਪ੍ਰਸ਼ਾਦਾ ਛਕਦੇ ਸੀ, ਤੁਸੀਂ ਇਹਨਾਂ ਨੂੰ ਸ਼ਰਨ ਦਿੱਤੀ ਤੇ ਆਪਣੀ ਪੁੱਤਰੀ ਦਾ ਵਿਆਹ ਕੀਤਾ। ਤੇ ਮਹਾਰਾਜ ਜੀ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਏਦਾਂ ਆਖਿਆ ਨਾ, ਤੇ ਗੁਰੂ ਰਾਮਦਾਸ ਸਾਹਿਬ ਜੀ ਤਖਤ ਤੋਂ ਸਤਿਗੁਰੂ ਜੀ ਉੱਠ ਕੇ ਤੇ ਮਹਾਰਾਜ ਦੇ ਚਰਨੀ ਡਿੱਗ ਗਏ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਆਪਦੇ ਪੁੱਤਰ ਦੀ ਥਾਂ ਹੈ, ਮਹਾਰਾਜ ਸਾਨੂੰ ਤਾਂ ਕਿਰਪਾ ਕਰੋ, ਜਿਵੇਂ ਅਸੀਂ ਤੁਹਾਡੀ ਸੇਵਾ ਕੀਤੀ ਹੈ ਨਾ, ਇਵੇਂ ਮਹਾਰਾਜ ਆਪਦੇ ਪੁੱਤਰ ਦੀ ਵੀ ਸਾਰੀ ਜ਼ਿੰਦਗੀ ਸੇਵਾ ਕਰਾਂਗੇ। ਇਹ ਮਹਾਰਾਜ ਵਡਿਆਈ ਆਪਣੇ ਪੁੱਤਰ ਨੂੰ ਬਖਸ਼ੋ। ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਪਣੀਆਂ ਦੋਵੇਂ ਬਾਜੂਆਂ ਨਾਲ ਗੁਰੂ ਰਾਮਦਾਸ ਸਾਹਿਬ ਨੂੰ ਉਠਾ ਕੇ ਆਖਿਆ, ਭਾਈ ਪੁਰਖਾ, ਇਸ ਦਾਤ ਨੂੰ ਹੋਰ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਝੱਲ ਸਕਦਾ, ਕੋਈ ਨਹੀਂ ਪ੍ਰਾਪਤ ਕਰ ਸਕਦਾ। ਇਸ ਬਖਸ਼ਿਸ਼ ਦੇ ਅਧਿਕਾਰੀ ਕੇਵਲ ਤੁਸੀਂ ਹੋ। ਤੇ ਅਸੀਂ ਪਿਛਲੇ ਯੁੱਗ ਦਾ ਦਿੱਤਾ ਹੋਇਆ ਬਚਨ ਜਿਹੜਾ ਹੈ, ਜਬ ਵਰਦਾਨ ਸਮਾ ਮੋਹ ਆਵਾ, ਰਾਮਦਾਸ ਤਬ ਗੁਰੂ ਕਹਾਵਾ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਲਿਖਿਆ। ਜਿਹੜੇ ਮਨ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਝੁਕ ਜਾਂਦੇ ਆ, ਨਿਸ਼ਚਾ ਕਰਦੇ ਆ ਸਤਿਗੁਰੂ ਜੀ ਦੇ ਨਾਮ ਦੇ ਉੱਤੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਹੋਰ ਆਸਾ ਨਹੀਂ ਰੱਖਦੇ, ਤੇ ਉਹਨਾਂ ਦੀ ਮਹਾਰਾਜ ਕਹਿੰਦੇ ਜਿਹੜੀ ਗਤ ਹਾਲਤ ਵਾ ਨਾ, ਉਹ ਕਹੀ ਨਹੀਂ ਜਾ ਸਕਦੀ। ਉਹਨਾਂ ਦੇ ਜੇ ਜਸ ਨੂੰ ਕੋਈ ਕਹੇ ਕਿ ਮੈਂ ਇਹਨਾਂ ਦੇ ਗੁਣ ਕਹਿ ਲੂੰਗਾ, ਉਹਨਾਂ ਦੀ ਵਡਿਆਈ ਕਹਿ ਲੂੰਗਾ, ਜਿਹੜਾ ਹਰ ਕਾ ਸੇਵਕ ਹਰ ਹੀ ਜਿਹਾ, ਵਾਹਿਗੁਰੂ ਦਾ ਸੇਵਕ ਵਾਹਿਗੁਰੂ ਵਰਗਾ ਹੀ ਹੋ ਜਾਂਦਾ। ਜੇ ਨਾਮ ਸੇਵਕ ਉਹਨੂੰ ਕਹਿੰਦੇ ਜਿਹੜਾ ਨਾਮ ਦਾ ਮੰਨਣ ਕਰ ਲੈਂਦਾ, ਵਾਹਿਗੁਰੂ ਜੀ ਦੇ ਉੱਪਰ ਨਿਸ਼ਚਾ ਕਰ ਲੈਂਦਾ। ਨਾਮ ਦਾ ਮੰਨਣ ਕੀ ਹੈ? ਵਾਹਿਗੁਰੂ ਜੀ ਦੇ ਉੱਪਰ ਨਿਸ਼ਚਾ ਕਰਨਾ, ਪਰਮੇਸ਼ਰ ਦਾ ਮੰਨਣ ਕਰ ਲੈਣਾ, ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਕਰ ਲੈਣਾ। ਹੁਣ ਆਪਾਂ ਕਹਿੰਦੇ ਆ ਵੀ ਜਦੋਂ ਜਿਹੜਾ ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਕਰਦਾ ਉਹਨੂੰ ਕਹਿੰਦੇ ਆਸਤਕ, ਜਿਹੜਾ ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ ਉਹਨੂੰ ਕਹਿੰਦੇ ਨਾਸਤਕ। ਫਿਰ ਆਪਾਂ ਸਾਰੇ ਇਉਂ ਸੋਚ ਲੈਂਦੇ ਆ ਵੀ ਆਪਾਂ ਤਾਂ ਫਿਰ ਜਿਹੜੇ ਆ ਕਿ ਪਰਮੇਸ਼ਰ ਦੇ ਹੋਂਦ ਨੂੰ ਸਵੀਕਾਰ ਨਹੀਂ ਕਰ ਰਹੇ। ਇਹ ਬਰੀਕੀ ਆ ਥੋੜੀ ਜਿਹੀ ਸਮਝਣੀ। ਆਪਾਂ ਮਨ ਕਰਕੇ ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਭਰਮ ਕਰਕੇ ਨਹੀਂ ਕਰ ਪਾਉਂਦੇ, ਸੰਸਿਆ ਕਰਕੇ ਨਹੀਂ ਕਰ ਪਾਉਂਦੇ, ਅਵਿਦਿਆ ਕਰਕੇ ਨਹੀਂ ਕਰ ਪਾਉਂਦੇ। ਬਾਹਰੋਂ ਆਪਾਂ ਬੋਲ ਕੇ ਆਸਤਕ ਹੀ ਰਹਿੰਦੇ ਆ, ਬਾਹਰੋਂ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਆ, ਯਤਨ ਕਰਦੇ ਆ, ਪਰ ਮਨ 'ਚ ਵਿਸ਼ਵਾਸ ਨਹੀਂ ਹੋਇਆ, ਮਨ ਨੇ ਉਹਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਦੇ ਮਨ ਨੇ ਹੋਂਦ ਨੂੰ ਸਵੀਕਾਰ ਕੀਤਾ ਜਿਵੇਂ ਭਗਤ ਪ੍ਰਹਲਾਦ ਜੀ ਨੇ ਕੀਤਾ। ਜਦੋਂ ਮਨ ਦੇ ਅੰਦਰ ਉਹਦੀ ਹੋਂਦ ਸਵੀਕਾਰ ਹੋ ਜਾਵੇ, ਹਰ ਜਰਰੇ ਜਰਰੇ 'ਚ ਦਿਸਣ ਲੱਗ ਪਵੇ, ਇਹ ਹੁੰਦਾ ਨਿਸ਼ਚਾ, ਇਹ ਹੁੰਦਾ ਮੰਨਣ। ਤੇ ਫਿਰ ਸੁਣ ਕੇ ਕਈ ਵਾਰੀ ਜਗਿਆਸੂ ਦਾ ਦਿਲ ਘਬਰਾ ਜਾਂਦਾ ਕਿ ਮੈਂ ਕਿਵੇਂ ਇਸ ਅਵਸਥਾ ਤੱਕ ਪਹੁੰਚ ਸਕਦਾ, ਫਿਰ ਅਸੀਂ ਤਾਂ ਨਾਸਤਕ ਹੀ ਰਵਾਂਗੇ। ਇਹ ਰਸਤੇ ਤੇ ਗਮਜਨ ਹੁੰਦੇ ਰਹੀਦਾ, ਭਾਵ ਚੱਲਦੇ ਰਹੀਦਾ। ਤੇ ਇੱਕ ਦਿਨ ਐਸਾ ਆਉਂਦਾ ਜਦੋਂ ਫਿਰ ਮਨ ਕਰਕੇ ਆਸਤਕ ਹੋ ਜਾਈਦਾ, ਮਨ ਉਹਦੀ ਹੋਂਦ ਨੂੰ ਕਬੂਲਣ ਲੱਗ ਪੈਂਦਾ, ਮਨ ਉਹਦੀ ਹੋਂਦ ਨੂੰ ਸਪਰਸ਼ ਕਰਨ ਲੱਗ ਜਾਂਦਾ। ਪਹਿਲੋਂ ਤੇ ਜਿਹੜਾ ਗਿਆਨ ਹੈ ਨਾ, ਉਹ ਪਰਦੇ ਵਾਲਾ ਗਿਆਨ ਹੈ, ਸੁਣਿਆ ਵਾ ਪਰ ਆਪ ਨੇ ਵੇਖਿਆ ਹੈ ਨਹੀਂ।
ਤੇ ਇਹਦਾ ਅਰਥ ਇਹ ਨਹੀਂ ਹੁੰਦਾ ਜੇ ਵੇਖਿਆ ਨਹੀਂ ਤੇ ਫਿਰ ਸੁਣਨਾ ਛੱਡ ਦੋ ਤੇ ਵੀ ਮੇਰਾ ਮਨ ਤੇ ਮੰਨਦਾ ਨਹੀਂ, ਮੈਂ ਕੀ ਕਰਾਂ। ਮਨ ਦੇ ਮੰਨਣ ਨੂੰ ਕੋਈ ਹੋਰ ਬਾਜ਼ਾਰ ਚੋਂ ਕੈਪਸੂਲ ਜਾਂ ਦਵਾਈ ਨਹੀਂ ਮਿਲਣੀ ਜਿਹਦੇ ਕਰਕੇ ਮਨ ਮੰਨੇਗਾ। ਤੇ ਕਈ ਕਹਿੰਦੇ ਹੁੰਦੇ ਮੇਰਾ ਮਨ ਨਹੀਂ ਲੱਗਦਾ ਜੀ, ਜੇ ਮੇਰਾ ਮਨ ਮੰਨੇਗਾ ਤੇ ਫਿਰ ਮੈਂ ਜਪਜੀ ਸਾਹਿਬ ਪੜਾਂ, ਫਿਰ ਮੈਂ ਨਾਮ ਜਪਾਂ। ਨਾਮ ਦੇ ਜਪਣ ਨਾਲ ਹੀ ਮਨ ਮੰਨਣਾ, ਨਾਮ ਦੇ ਸਰਵਣ ਕਰਨ ਨਾਲ ਹੀ ਮਨ ਨੇ ਮੰਨਣਾ। ਤੇ ਜਿਹੜਾ ਫਿਰ ਮੰਨ ਲਏਗਾ, ਕੋਈ ਇਵੇਂ ਕਹਿੰਦੇ ਆ ਵੀ ਜਦੋਂ ਹੁਕਮ ਹੋਊਗਾ ਉਦੋਂ ਜਪ ਲਾਂਗੇ, ਜਦੋਂ ਹੁਕਮ ਹੋਏਗਾ ਉਦੋਂ ਅੰਮ੍ਰਿਤ ਛਕ ਲਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਸਤਿਗੁਰੂ ਜੀ ਨੇ ਬੁਝਾ ਦਿੱਤਾ, ਜਣਾ ਦਿੱਤਾ ਕਿ ਇੱਕ ਨਾਮ ਦਾ ਹੁਕਮ ਹੋਇਆ ਪਿਆ ਵਾ। ਮਨੁੱਖਾ ਜਨਮ ਹੀ ਜਦੋਂ ਜੀਵ ਨੂੰ ਮਿਲਦਾ ਹੁਕਮ ਲਿਖਾ ਕੇ ਹੀ ਆਇਆ, ਨਾਮ ਜਪਣ ਲਈ ਵਾਅਦੇ ਕਰਕੇ ਆਇਆ, ਨਾਮ ਦੇ ਜਪਣ ਲਈ। ਇਸ ਸੰਸਾਰ ਦੇ ਅੰਦਰ ਹੁਕਮ ਹੋਇਆ ਤੇ ਤਾਂ ਹੀ ਆਇਆ ਨਾ। ਤੇ ਫਿਰ ਅਗਿਆਤ ਜੀਵ ਅਵਿਦਿਆ ਵਸ ਪੈ ਕੇ ਕਹਿੰਦੇ ਜਦੋਂ ਹੋਊਗਾ ਹੁਕਮ ਉਦੋਂ ਅੰਮ੍ਰਿਤ ਛਕ ਲਾਂਗੇ, ਜਦੋਂ ਹੋਊਗਾ ਹੁਕਮ ਉਦੋਂ ਗੁਰੂ ਵਾਲੇ ਬਣ ਜਾਾਂਗੇ, ਜਦੋਂ ਹੋਊਗਾ ਹੁਕਮ ਉਦੋਂ ਬਾਣੀ ਪੜ੍ਹ ਲਾਂਗੇ। ਵੀ ਤੁਹਾਨੂੰ ਆਪਣਾ ਮਨ ਜਿਹੜਾ ਰਸਾਂ ਕਸਾਂ 'ਚ ਲਲਚਾਉਂਦਾ, ਵਿਭਚਾਰਾਂ 'ਚ, ਔਗਣਾ ਪਾਪਾਂ 'ਚ ਜਿਹੜਾ ਹੈ ਉਹ ਖਚਿਤ ਹੋ ਰਿਹਾ ਹੈ, ਤੇ ਤੁਸੀਂ ਆਪ ਕੋਈ ਮਿਹਨਤ ਕਰਨਾ ਨਹੀਂ ਚਾਹੁੰਦੇ ਤੇ ਇਹ ਕਹਿ ਦਿੰਦੇ ਹੋ ਕਿ ਹੁਕਮ ਨਹੀਂ ਅਜੇ ਸਾਨੂੰ। ਤੁਸੀਂ ਹੁਕਮ ਨੂੰ ਕੀ ਜਾਣ ਸਕਦੇ ਆ? ਐਸਾ ਅਗਿਆਨੀ ਪੁਰਖ ਹੁਕਮ ਨੂੰ ਕੀ ਜਾਣ ਸਕਦਾ? ਹੁਕਮ ਦੀ ਬਾਬਤ ਤੇ ਮਹਾਰਾਜ ਕਿਹਾ ਹੁਕਮ ਨਾ ਕਹਿਆ ਜਾਈ, ਹੁਕਮ ਤਾਂ ਕਿਹਾ ਨਹੀਂ ਜਾ ਸਕਦਾ। ਇਸ ਕਰਕੇ ਆਪਣੇ ਜਿਹੜੇ ਗੁਰਮੁਖਾਂ ਦੇ ਮਨ ਦੇ ਅੰਦਰ ਸੱਚੀ ਮੁੱਚੀ ਨਿਸ਼ਚਾ ਆ ਜਾਂਦਾ ਨਾ, ਥੋੜਾ ਬਹੁਤਾ ਪ੍ਰਤੀਤ ਹੋਣ ਲੱਗ ਜਾਂਦਾ, ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਸਾਨੂੰ ਪਤਾ ਨਹੀਂ ਅਜੇ। ਤੇ ਜਿਹਨੂੰ ਇਹ ਅਨੁਮਾਨ ਰਹਿੰਦਾ ਕਿ ਮੈਨੂੰ ਪਤਾ ਬਹੁਤ ਕੁਛ, ਮੈਨੂੰ ਸਮਝ ਵਾ, ਤੇ ਉਹ ਪੜਦਾ ਪਿਆ ਰਹਿੰਦਾ। ਜਿਨ੍ਹਾਂ ਗੁਰਮੁਖਾਂ ਨੂੰ ਕੁਛ ਅਨੁਭਵ ਹੋਣ ਲੱਗ ਪੈਂਦਾ ਨਾ, ਕੁਛ ਸਮਝ ਪੈਣ ਲੱਗ ਪੈਂਦੀ ਹੈ, ਉਹਨਾਂ ਨੂੰ ਇਹ ਪਤਾ ਲੱਗਣ ਲੱਗ ਪੈਂਦਾ ਸਾਨੂੰ ਨਹੀਂ ਪਤਾ ਅਜੇ ਕੁਛ। ਪਤਾ ਲੱਗ ਕੇ ਕੀ ਪਤਾ ਲੱਗਦਾ ਕਿ ਕੁਛ ਨਹੀਂ ਪਤਾ ਲੱਗਿਆ। ਤੇ ਜਿਹੜੇ ਇਹ ਮਨ ਦੇ ਅੰਦਰ ਦਾਅਵਾ ਕਰਦੇ ਕਿ ਬਹੁਤ ਕੁਛ ਪਤਾ ਹੈ, ਬੜਾ ਗਿਆਨ ਹੈ, ਉਹ ਪੜਦਾ ਪਿਆ ਹੋਇਆ। ਤੇ ਜਿਹੜਾ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਤੇ ਨਿਸ਼ਚੇ ਸਹਿਤ ਮੰਨਣ ਕਰ ਲਿਆ, ਵਾਹਿਗੁਰੂ ਦੀ ਹੋਂਦ ਨੂੰ ਸਵੀਕਾਰ ਕਰ ਲਿਆ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਮਹਾਰਾਜ ਕਹਿੰਦੇ ਉਹਦੀ ਗਤ ਹਾਲਤ ਕਹੀ ਨਹੀਂ ਜਾ ਸਕਦੀ, ਉਹਦੀ ਗਤ ਮਰਿਆਦਾ ਕਹੀ ਨਹੀਂ ਜਾ ਸਕਦੀ, ਉਹਦੀ ਗਤ ਰੀਤੀ ਨੂੰ ਕਿਹਾ ਨਹੀਂ ਜਾ ਸਕਦਾ, ਉਹਦੇ ਗਤ ਗਿਆਨ ਨੂੰ ਕਿਹਾ ਨਹੀਂ ਜਾ ਸਕਦਾ, ਉਹਦੀ ਜਿਹੜੀ ਗਤ ਅਵਸਥਾ ਉਹਨੂੰ ਕਿਹਾ ਨਹੀਂ ਜਾ ਸਕਦਾ। ਇਵੇਂ ਗਤ ਦੇ ਅਰਥ ਜਿਹੜੇ ਆ ਉਹ ਪ੍ਰਕਰਨ ਮੁਤਾਬਕ ਫਿਰ ਸਮਝ ਲੈਣੇ, ਤੇ ਅਸਲੀ ਇਹੀ ਸਮਝਣਾ ਕਿ ਉਹਦੀ ਜਿਹੜੀ ਗਤ ਅਵਸਥਾ ਹੈ ਉਹ ਕਹੀ ਨਹੀਂ ਜਾ ਸਕਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ ਜਿਹਨੇ ਨਾਮ ਦਾ ਮੰਨਣ ਕੀਤਾ, ਨਾਮ ਤੇ ਨਿਸ਼ਚਾ ਕੀਤਾ, ਇਹਦੀਆਂ ਕਿੰਨੀਆਂ ਸਾਖੀਆਂ ਨੇ। ਧਰੂ ਜੀ ਨੇ ਨਾਮ ਦਾ ਨਿਸ਼ਚਾ ਕੀਤਾ ਜਦੋਂ ਮਾਂ ਨੇ ਵੀ ਗੋਦ ਚੋਂ ਉਠਾਲ ਦਿੱਤਾ ਸੀ। ਫਿਰ ਕਿਤੇ ਪ੍ਰਕਰਨ ਆਇਆ ਨਾ, ਫਿਰ ਆਪਾਂ ਧਰੂ ਜੀ ਦਾ ਜ਼ਿਕਰ ਕਰਾਂਗੇ ਵਿਸਥਾਰ ਨਾਲ। ਜਿਨ੍ਹਾਂ ਨੇ ਨਾਮ ਦਾ ਮੰਨਣ ਕਰ ਲਿਆ, ਵਾਹਿਗੁਰੂ ਜੀ ਦਾ ਹੁਕਮ ਮੰਨਿਆ, ਗੁਰੂ ਦੇਵ ਦਾ ਹੁਕਮ ਮੰਨਿਆ, ਉਹਨਾਂ ਦੀ ਮਹਾਰਾਜ ਕਹਿੰਦੇ ਭਾਈ ਜਿਹੜੀ ਗਤ ਅਵਸਥਾ ਹੈ ਨਾ ਉਹ ਕਹੀ ਨਹੀਂ ਜਾ ਸਕਦੀ ਰਸਨਾ ਦੇ ਨਾਲ। ਤੇ ਸੰਸਾਰ ਦੇ ਅੰਦਰ ਫਿਰ ਕੋਈ ਕਹੇ ਕਿ ਮੈਂ ਜਾਣ ਕੇ ਕਹਿ ਸਕਦਾ ਹਾਂ, ਮੈਂ ਸੁਣਾ ਸਕਦਾ ਹਾਂ, ਤੇ ਸਤਿਗੁਰੂ ਜੀ ਕਹਿੰਦੇ ਜੇ ਕੋ ਕਹੈ ਸਿੱਧੋ, ਇੱਥੇ ਵਿਸ਼ਰਾਮ ਦੇਣਾ ਕਹੈ ਤੇ। ਜੇ ਕੋਈ ਕਹਿਣ ਲੱਗ ਪਵੇ ਕਿ ਮੈਂ ਗਾ ਕੇ ਦੱਸਦਾ, ਮੈਂ ਪੂਰਾ ਸਮਝਾ ਕੇ ਦੱਸਦਾ ਵੀ ਕਿਹੋ ਜਿਹੇ ਹੁੰਦੇ ਆ ਜਿਹਨੇ ਨਾਮ ਦਾ ਮੰਨਣ ਕੀਤਾ, ਮਹਾਰਾਜ ਕਹਿੰਦੇ ਉਹਨਾਂ ਦੇ ਗੁਣ ਇੰਨੇ ਜ਼ਿਆਦੇ ਹੁੰਦੇ ਆ ਉਹ ਪੂਰੇ ਸਮੱਗਰ ਨਹੀਂ ਗਾ ਸਕੇਗਾ। ਫਿਰ ਉਹਦੇ ਕੋਲ ਟੋਟਾ ਪੈ ਜਾਏਗਾ ਜਦੋਂ ਸਮੱਗਰ ਗਾਇਆ ਨਹੀਂ ਜਾਊਗਾ ਉਹਦੇ ਕੋਲ, ਤੇ ਮਹਾਰਾਜ ਕਹਿੰਦੇ ਫਿਰ ਪਿੱਛਾ ਪਛਤਾਏ, ਪਿੱਛੋਂ ਉਹਨੂੰ ਫਿਰ ਪਛਤਾਵਾ ਲੱਗੂਗਾ ਕਿ ਮੈਂ ਤਾਂ ਪੂਰੀ ਕਹਿ ਨਹੀਂ ਸਕਿਆ ਮਹਿਮਾ। ਫਿਰ ਉਹਦੇ ਪੱਲੇ ਮਹਾਰਾਜ ਕਹਿੰਦੇ ਭਾਈ ਪਛਤਾਵਾ ਰਹਿ ਜਾਵੇਗਾ, ਹੋਰ ਕੁਛ ਵੀ ਨਹੀਂ ਕਰ ਸਕਦਾ, ਕਿਉਂਕਿ ਸਮੱਗਰ ਵਾਹਿਗੁਰੂ ਦੇ ਪਿਆਰਿਆਂ ਦੇ ਗੁਣ ਜਿਹੜੇ ਆ ਪਰਮੇਸ਼ਰ ਨੂੰ ਮੰਨਣ ਵਾਲਿਆਂ ਦੇ, ਉਹ ਕਥਨ ਨਹੀਂ ਕੀਤੇ ਜਾ ਸਕਦੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦਾ ਰੂਪ ਹੋ ਜਾਂਦੇ। ਜਿਵੇਂ ਵਾਹਿਗੁਰੂ ਜੀ ਦੀ ਬਾਬਤ ਕਥਨ ਨਹੀਂ ਕੀਤਾ ਜਾ ਸਕਦਾ, ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਸਿੱਧੋ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ, ਉਹਨਾਂ ਦਾ
ਜ਼ਬਾਨੀ ਵੀ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ। ਤੇ ਫਿਰ ਸਿੱਧਾ ਨੇ ਕਿਹਾ, ਮਹਾਰਾਜ ਗੱਲ ਇਹ ਆ ਵੀ ਜਿਹੜੀ ਚੀਜ਼ ਜਦੋਂ ਸਾਨੂੰ ਚੇਤੇ ਨਾ ਰਹੇ ਤੇ ਆਪਾਂ ਕਾਗਜ਼ ਦੇ ਉੱਤੇ ਲਿਖ ਕੇ ਰੱਖ ਲੈਂਦੇ ਆ। ਜਦੋਂ ਮੈਂ ਬੇਨਤੀ ਕੀਤੀ ਸੀ ਨਾ, ਜਦੋਂ ਕਲਾਸ ਸ਼ੁਰੂ ਹੋਈ ਸੀ, ਕਿ ਜਿਹੜੀਆਂ ਸੰਥਿਆ ਦੀਆਂ ਕਈ ਕੁੰਡੀਆਂ ਇਹੋ ਜਿਹੀਆਂ ਆਉਣਗੀਆਂ ਕਿ ਪਾਠਾਂ ਦੇ ਉਚਾਰਨ ਹੋਣਗੇ, ਜਿਹੜੇ ਤੁਸੀਂ ਕਾਪੀ ਪੈਨ ਕੋਲ ਰੱਖੋ ਤੇ ਲਿਖ ਲਿਆ ਕਰਿਓ, ਕਿਉਂਕਿ ਲਿਖਣ ਨਾਲ ਜਿਹੜੀ ਆ ਫਿਰ ਕਦੋਂ ਵੀ ਤੁਸੀਂ ਆਪਣੀ ਲਿਖੀ ਚੀਜ਼ ਨੂੰ ਕੱਢ ਸਕਦੇ ਆ ਤੇ ਵੇਖ ਸਕਦੇ ਆ। ਤੇ ਇਹ ਸਿੱਧਾ ਨੇ ਮਹਾਰਾਜ ਨੂੰ ਕਿਹਾ ਵੀ ਜ਼ਬਾਨੀ ਮਹਾਰਾਜ ਹਿਸਾਬ ਕਿਤਾਬ ਜੇ ਨਹੀਂ ਲੱਗ ਸਕਦਾ ਤੇ ਕੋਈ ਕਾਗਜ਼ ਲੈ ਕਰਕੇ ਨਾ, ਲਿਖਾਰੀ ਲਾ ਕੇ, ਤੇ ਕਿਸੇ ਲਿਖਿਆ ਨਹੀਂ ਹੋਣਾ, ਜੇ ਲਿਖ ਲੈਂਦੇ ਨਾ ਤੇ ਫਿਰ ਹਿਸਾਬ ਹੋ ਜਾਣਾ ਸੀ। ਇਉਂ ਮੰਨਣ ਦਾ ਹਿਸਾਬ ਜਿਹੜਾ ਸੀ ਨਾ, ਉਹ ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਮੰਨਿਆ ਹੈ ਤੇ ਉਹ ਫਿਰ ਤਾਂ ਮਹਾਰਾਜ ਲਿਖ ਕੇ ਜਿਹੜਾ ਸੀ ਉਹ ਦੱਸਿਆ ਜਾ ਸਕਦਾ ਸੀ। ਜ਼ਬਾਨੀ ਜੇ ਨਹੀਂ ਅੰਤ ਕਿਸੇ ਕੋਲੋਂ ਪਾਇਆ ਜਾਂਦਾ ਤਾਂ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ, ਸਿੱਧੋ ਕਾਗਦ ਕਲਮ ਨਾ ਲਿਖਣ ਹਾਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਚਾਹੇ ਕਿੰਨੇ ਕਾਗਜ਼ ਕੋਈ ਲੈ ਲਵੇ ਤੇ ਕਲਮਾਂ ਲੈ ਲਵੇ, ਮਹਾਰਾਜ ਕਹਿੰਦੇ ਨੇ ਲਿਖਣ ਵਾਲਾ ਹੋ ਕਰਕੇ ਜਿਹੜਾ ਹੈ ਉਹ ਲਿਖਾਰੀ ਬਣ ਕਰਕੇ ਉਹ ਲਿਖਣ ਲੱਗ ਜਾਵੇ, ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜੋ ਮਹਿਮਾ ਹੈ ਨਾ ਰੱਬ ਦੇ ਪਿਆਰਿਆਂ ਦੀ, ਨਾਮ ਨੂੰ ਮੰਨਣ ਵਾਲਿਆਂ ਦੀ, ਉਹ ਕਹੀ ਨਹੀਂ ਜਾ ਸਕਦੀ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ, ਉਹ ਵਾਹਿਗੁਰੂ ਜੀ ਦੀ ਮਹਿਮਾ ਦੀ ਬਾਬਤ ਜਿਵੇਂ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਹੈ। ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਕਬੀਰ ਜੀ ਕਹਿੰਦੇ, 7 ਸਮੁੰਦਰਾਂ ਦੀ ਸਿਆਹੀ ਬਣਾ ਦਿਓ ਤੇ ਸਾਰੀ ਬਨਸਪਤੀ ਦੀ ਕਲਮ ਬਣਾ ਦਿਓ ਤੇ ਧਰਤੀ ਨੂੰ ਕਾਗਜ਼ ਕਰ ਲਓ, ਤੇ ਹਰੀ ਦਾ ਜਸ ਜਿਹੜਾ ਤਾਂ ਵੀ ਲਿਖਿਆ ਨਹੀਂ ਜਾ ਸਕਦਾ। ਇਹਦਾ ਟੀਕਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਉਹ ਵੀ ਆਪਣੀ ਬਾਣੀ ਵਿੱਚ ਕੀਤਾ ਹੈ। ਮਹਾਰਾਜ ਨੇ ਕਿਹਾ, ਜੇ ਸਤਿਗੁਰੂ ਕਹਿੰਦੇ ਜਿਹੜਾ ਹੈ ਉਹ ਸਾਰੀ ਧਰਤੀ ਦਾ ਜਿਹੜਾ ਕਾਗਜ਼ ਬਣਾ ਲਿਆ ਜਾਵੇ ਤੇ ਬਨਸਪਤੀ ਦੀਆਂ ਜਿਹੜੀਆਂ ਉਹ ਕਲਮਾਂ ਬਣਾ ਲਈਆਂ ਜਾਣ, ਤੇ ਉੱਥੇ ਮਹਾਰਾਜ ਜੀ ਨੇ ਵੱਧ ਪਾਇਆ ਵੀ ਜਿਹੜੀ ਆ ਪੌਣ ਜਿਹੜੀ ਆ ਉਹ ਲਿਖਾਰੀ ਬਣਾ ਕਰਕੇ ਜਿਹੜਾ ਹੈ ਉਹ ਗਣੇਸ਼ ਦੇ ਜਿਹੜਾ ਉਹ ਤੇਜ ਮੰਨਿਆ ਕਹਿੰਦੇ ਲਿਖਾਈ ਲਿਖਣ 'ਚ, ਤੇ ਉਹਦੇ ਹੱਥ ਤੋਂ ਲਿਖਾਇਆ ਜਾਵੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਉਹ ਸਵਾਰਸਵਤੀਆਂ ਵੀ ਜਿਹੜੀਆਂ ਕਰੋੜਾਂ ਹਨ, ਉਹ ਬਖਤਾ ਬਣ ਕੇ ਬਖਤਬ ਕਰਨ ਲੱਗ ਜਾਣ, ਤਾਂ ਵੀ ਮਹਾਰਾਜ ਕਹਿੰਦੇ, ਭਾਈ ਕਾਗਦ ਦੀਪ ਸਭੈ ਕਰਕੇ, ਅਰ ਸਾਤ ਸਮੁੰਦਰਨ ਕੀ ਮਸ ਕਹਿ ਹਉ, ਕਾਟ ਬਨਸਪਤੀ ਸਗਰੀ ਲਿਖਬੇ ਹੂੰ ਕੇ ਲੇਖਨ ਕਾਜ ਬਣੈ ਹਉ, ਸਾਰਸਵਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਖਿਆ ਹਉ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਤੁਮਕੋ ਪ੍ਰਭ ਨੈਕ ਰਝੈ ਹਉ। ਤਾਂ ਵੀ ਥੋੜਾ ਜਿੰਨਾ ਵੀ ਵਾਹਿਗੁਰੂ ਨੂੰ ਰਝਾਇਆ ਨਹੀਂ ਜਾ ਸਕਦਾ। ਜਿਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਕਾਗਦ ਕਲਮ ਨਾ ਲਿਖਣ ਹਾਰ, ਜਿਹੜਾ ਹੈ ਕਾਗਜ਼ ਲੈ ਕਰਕੇ ਕਾਗਜ਼ਾਂ ਦੇ ਉੱਪਰ ਤੇ ਕਲਮ ਦੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਲਿਖਿਆ ਨਹੀਂ ਜਾ ਸਕਦਾ, ਜਿਹੜਾ ਹੈ ਵਾਹਿਗੁਰੂ ਜੀ ਦੇ ਜਸ ਨੂੰ, ਵਾਹਿਗੁਰੂ ਜੀ ਦੇ ਮੰਨਣ ਵਾਲਿਆਂ ਦੇ ਜਸ ਨੂੰ। ਫਿਰ ਸਤਿਗੁਰੂ ਜੀ ਕਹਿੰਦੇ ਆ, ਜਿਵੇਂ ਰਿਦਾ ਰੂਪੀ ਵੀ ਕਾਗਜ਼ ਹੈ, ਜੀਪ ਰੂਪੀ ਲਿਖਾਰੀ ਹੈ, ਸੁਰਤੀ ਰੂਪੀ ਕਲਮ ਜਿਹੜੀ ਹੈ, ਇਹਦੇ ਨਾਲ ਵੀ ਮੰਨਣ ਵਾਲਿਆਂ ਦੀ ਮਹਿਮਾ ਨਹੀਂ ਲਿਖੀ ਜਾ ਸਕਦੀ, ਕਿਉਂਕਿ ਅੰਤਰੀਵ ਹੈ ਨਾ, ਜੇ ਮਤਲਬ ਵੀ ਅੰਤਰੀਵ ਗੁਣਾਂ ਨੂੰ ਲਿਖਣਾ ਕਹਿੰਦੇ ਅੰਤਰੀਵ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਵਾਹਿਗੁਰੂ ਦੇ ਮੰਨਣ ਵਾਲਿਆਂ ਦੀ ਜਿਹੜੀ ਮਹਿਮਾ ਹੈ ਨਾ, ਜੋ ਉਹਨਾਂ ਨੂੰ ਆਨੰਦ ਆਉਂਦਾ ਹੈ, ਜੋ ਉਹਨਾਂ ਨੂੰ ਸੁੱਖ ਮਿਲਦਾ ਹੈ, ਤੇ ਵਾਹਿਗੁਰੂ ਨੂੰ ਮੰਨਣ ਵਾਲੇ ਕਿੰਨੇ ਕੁ ਵਾ, ਉਹਨਾਂ ਦੀ ਵੀ ਵਿਚਾਰ ਨਹੀਂ ਕੀਤੀ ਜਾ ਸਕਦੀ। ਸੁਖਮਨੀ ਸਾਹਿਬ 'ਚ ਮਹਾਰਾਜ ਨੇ ਕਿਹਾ ਨਾ ਵੀ ਕਈ ਕਰੋੜਾਂ ਹੀ ਆ ਜਿਹੜੇ ਸਮਾਧੀਆਂ ਲਾਉਣ ਵਾਲੇ ਆ, ਨਾਮ ਦੇ ਜਪਣ ਵਾਲੇ ਆ, ਇੱਕ ਕਲਮ ਦੇ ਨਾਲ ਮਹਾਰਾਜ ਕਹਿੰਦੇ, ਭਾਈ ਉਹਨਾਂ ਨੂੰ ਸੁਰਤੀ ਰੂਪੀ ਕੋਈ ਕਲਮ ਬਣਾ ਲੇ, ਭਾਵੇਂ ਰਿਦੇ ਨੂੰ ਕਾਗਜ਼ ਬਣਾ ਲੇ, ਤੇ ਇੱਕ ਤਾਂ ਪਹਿਲੋਂ ਦੱਸਿਆ ਬਾਹਰਲੀ ਪ੍ਰਕਰਨ ਰੱਖ ਕੇ, ਫਿਰ ਅੰਤਰੀਵੀ ਪ੍ਰਕਰਨ ਰੱਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਚਾਹੇ ਕਿੰਨੇ ਮਰਜ਼ੀ ਕੋਈ ਕਾਗਜ਼ਾਂ ਦਾ ਲੇਖਾ ਜਿਹੜਾ ਹੈ ਉਹ ਲਿਖ ਲਵੇ ਤੇ ਕਲਮਾਂ ਦੇ ਨਾਲ ਲਿਖ ਲਵੇ, ਤੇ ਇੱਥੋਂ ਤੱਕ ਕਿ ਦੇਵੀ ਦੇਵਤੇ ਜਿਹੜੇ ਆ ਉਹ ਲਿਖਣ ਲੱਗ ਜਾਣ, ਤਾਂ ਵੀ ਸਤਿਗੁਰੂ ਜੀ ਕਹਿੰਦੇ ਕਾਗਦ ਕਲਮ ਨਾ ਲਿਖਣ ਹਾਰ। ਇਹੋ ਜਿਹੇ ਕੋਈ ਸ਼ਬਦ ਨਹੀਂ ਹੈ ਕਿ ਜਿਹੜੇ ਕਾਗਜ਼ਾਂ ਦੇ ਉੱਤੇ
ਕਲਮਾਂ ਦੇ ਨਾਲ ਲਿਖ ਕਰਕੇ ਉਹਨਾਂ ਦੀ ਮਹਿਮਾ ਬਿਆਨ ਕੀਤੀ ਜਾ ਸਕੇ। ਜੇ ਮਹਾਰਾਜ ਕਹਿੰਦੇ ਜ਼ਬਾਨੀ ਨਹੀਂ ਕਹੀ ਜਾ ਸਕਦੀ ਤੇ ਕਾਗਜ਼ਾਂ ਤੇ ਕਲਮਾਂ ਦੇ ਨਾਲ ਲਿਖਣ ਨਾਲ ਵੀ ਜਿਹੜੀ ਆ ਉਹਨਾਂ ਦੀ ਗਤ ਪ੍ਰਾਪਤੀ, ਉਹਨਾਂ ਦੀ ਗਤ ਅਵਸਥਾ ਸਤਿਗੁਰੂ ਜੀ ਕਹਿੰਦੇ ਲਿਖੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਮੰਨੇ ਕਾ ਬਹਿ, ਮੰਨੇ ਕਾ, ਇੱਥੇ ਵਿਸ਼ਰਾਮ ਲਾਉਣਾ, ਮੰਨੇ ਕਾ ਬਹਿ ਕਰਨ ਵਿਚਾਰ। ਕਿਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਿੱਧੋ ਜਿਹੜੇ ਸਤ ਸੰਗਤ ਵਿੱਚ ਬੈਠਦੇ ਹਨ, ਸਥਿਤ ਹੁੰਦੇ ਹਨ, ਉਹ ਵਾਹਿਗੁਰੂ ਜੀ ਦੇ ਮੰਨਣ ਦੀ ਵਿਚਾਰ ਕਰਦੇ ਆ। ਜਿਨ੍ਹਾਂ ਦੀਆਂ ਵਾਸ਼ਨਾਵਾਂ ਅੰਦਰੋਂ ਬਹਿ ਜਾਂਦੀਆਂ ਨੇ, ਫਿਰ ਇੱਥੇ ਇਹ ਅਰਥ ਥੋੜਾ ਜਿਹਾ ਪਹਿਲੋਂ ਬਹਿ ਦਾ ਅਰਥ ਬੈਠਦੇ ਕਰਨਾ। ਜਿਹੜੇ ਵਾਹਿਗੁਰੂ ਜੀ ਦੇ ਮੰਨਣ ਦਾ ਵਿਚਾਰ ਕਰਦੇ ਆ ਉਹ ਸਤ ਸੰਗਤ ਵਿੱਚ ਬਹਿ ਕੇ ਕਰਦੇ ਆ। ਵਾਹਿਗੁਰੂ ਜੀ ਦੇ ਨਾਮ ਦੀ ਹੋਂਦ ਦੇ ਉੱਤੇ ਮਨ ਜਿਹੜਾ ਹੈ ਉਹ ਮੰਨ ਜਾਵੇ, ਲੱਗ ਜਾਵੇ। ਸਤ ਸੰਗਤ ਵਿੱਚ ਮਹਾਰਾਜ ਕਹਿੰਦੇ ਬਹਿ ਕੇ, ਬੈਠ ਕੇ ਇਸ ਨਾਮ ਦੀ ਜਿਹੜੀ ਆ ਨਾ ਵਿਚਾਰ ਕਰਨੀ ਚਾਹੀਦੀ ਹੈ। ਉੱਥੇ ਇਹਦੇ ਮੰਨਣ ਦੇ ਢੰਗ ਤਰੀਕੇ ਪ੍ਰਾਪਤ ਹੁੰਦੇ ਆ। ਫਿਰ ਜਿਹੜਾ ਨੇ ਨਾਮ ਦਾ ਮੰਨਣ ਕੀਤਾ ਹੈ, ਵਿਚਾਰ ਕੀਤੀ ਹੈ, ਉਹਨਾਂ ਦੇ ਅੰਦਰੋਂ ਬੈਠ ਜਾਂਦੀਆਂ ਹਨ ਵਾਸ਼ਨਾਵਾਂ, ਅੰਦਰੋਂ ਅਭਾਵ ਹੋ ਜਾਂਦੀਆਂ ਹਨ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾ ਤਜਿਆ ਜਾਂਦਾ ਹੈ ਤੇ ਵਾਹਿਗੁਰੂ ਦੇ ਨਾਮ ਦਾ ਸੁੱਖ ਅੰਦਰ ਆ ਕਰਕੇ ਵਸ ਜਾਂਦਾ ਹੈ, ਚਿੱਤ ਅਸਥਿਤ ਹੋ ਜਾਂਦਾ ਹੈ। ਇਉਂ ਗੁਰਮੁਖਾਂ ਦੀ ਸੰਗਤ ਵਿੱਚ ਮੰਨਣ ਦੀ ਵਿਚਾਰ ਜਿਹੜੀ ਹੈ ਨਾ ਉਹ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜੇ ਕੋਈ ਵਾਹਿਗੁਰੂ ਦੇ ਨਾਮ ਦੇ ਮੰਨਣ ਦੀ ਮਹਿਮਾ ਦਾ ਬਹਿ ਕੇ ਵਿਚਾਰ ਕਰ ਲਵੇ, ਉਹਨੂੰ ਪਤਾ ਲੱਗ ਜਾਵੇਗਾ ਕਿ ਇਹ ਮੈਂ ਕਹਿ ਨਹੀਂ ਸਕਾਂਗਾ, ਇਹ ਕਹੀ ਨਹੀਂ ਜਾ ਸਕਦੀ ਨਾਮ ਦੀ ਮਹਿਮਾ। ਤੇ ਜਦੋਂ ਵਿਚਾਰ ਕਰੇਗਾ ਬੈਠ ਕਰਕੇ, ਫਿਰ ਉਹਨੂੰ ਪਤਾ ਲੱਗ ਜਾਣਾ ਕਿ ਇਹ ਅੰਤ ਪਾਉਣ ਵਾਲੀ ਚੀਜ਼ ਨਹੀਂ, ਇਹ ਤਾਂ ਵਿਚਾਰ ਕਰਕੇ ਅਪਣਾਉਣ ਵਾਲੀ ਚੀਜ਼ ਹੈ। ਇਹ ਤਾਂ ਧਾਰਨ ਕਰਨਾ ਚਾਹੀਦਾ, ਇਹ ਮੈਨੂੰ ਵੀ ਨਿਸ਼ਚਾ ਕਰਨਾ ਚਾਹੀਦਾ। ਇਹ ਆਪ ਨਿਸ਼ਚਾ ਕਰਨ ਵਾਲੇ ਰਾਹ ਤੇ ਫਿਰ ਇਹ ਵਿਚਾਰ ਤੋਰ ਦਿੰਦੀ ਹੈ। ਜਿੱਦਾਂ ਸ਼ੰਕਾ ਪੈਦਾ ਕਰਕੇ ਕਈ ਪ੍ਰਸ਼ਨ ਹੀ ਪੁੱਛੀ ਜਾਂਦੇ ਆ, ਸ਼ੰਕੇ ਹੀ ਕਰੀ ਜਾਂਦੇ, ਉਹਨਾਂ ਦਾ ਸਮਾਧਾਨ ਲੈ ਕੇ ਉਹਨਾਂ ਨੇ ਆਪਣੇ ਮਨ ਨੂੰ ਹੱਲ ਕਰਕੇ ਤੇ ਆਪ ਭਜਨ ਨਹੀਂ ਕਰਨਾ। ਜਿਹੜਾ ਹੁੰਦਾ ਨਾ, ਇੱਕ ਤਾਂ ਵੀ ਆਪਣੇ ਦਿਲ ਦੇ ਪਿਆਰ ਨਾਲ ਤੇ ਸੱਚੀ ਮੁੱਚੀ ਹੀ ਰਾਹ ਲੱਭਦੇ ਆ ਸੁੱਖ ਦਾ, ਤੇ ਇੱਕ ਹੁੰਦੇ ਆ ਪ੍ਰਸ਼ਨ ਕਰ ਕਰਕੇ, ਸ਼ੰਕੇ ਕਰ ਕਰਕੇ ਆਪਦਾ ਦਿਲ ਤਾਂ ਦੁਖਿਆ, ਦੂਜੇ ਦਾ ਵੀ ਦਿਖਾਈ ਜਾਣਾ, ਆਪ ਭਜਨ ਕਰਨਾ ਨਹੀਂ। ਜਾਂ ਤਾਂ ਵੀ ਸ਼ੰਕੇ ਦਾ ਸਮਾਧਾਨ ਮਿਲ ਗਿਆ ਤੇ ਫਿਰ ਉਹਨਾਂ ਨੇ ਭਜਨ ਸ਼ੁਰੂ ਕਰ ਦਿੱਤਾ, ਪਹਿਲੋਂ ਭਜਨ ਤੋਂ ਮਨ ਮੁੜਿਆ ਰਿਹਾ। ਵਾਹਿਗੁਰੂ ਦੇ ਪਿਆਰਿਆਂ ਦੀ ਬਾਬਤ ਕੁਝ ਸਿਫਤਾਂ, ਕੁਝ ਬਤਕੋਈਆਂ, ਕੁਝ ਵਡਿਆਈ, ਕੁਝ ਨਿੰਦਾ, ਤੇ ਇਸ ਤਰ੍ਹਾਂ ਸੰਸਾਰ ਦਾ ਸੁਭਾਅ ਹੈ। ਗੱਲਾਂ ਕਰਦੇ ਆ ਲੋਕ, ਕੋਈ ਮਹਿਮਾ ਕਹਿਣ ਦਾ ਯਤਨ ਕਰਦੇ ਆ, ਪਰ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਨਾ, ਉਹਦੀ ਮਹਿਮਾ ਕਹੀ ਨਹੀਂ ਜਾ ਸਕਦੀ। ਤੇ ਇਹਦਾ ਅਰਥ ਹੁੰਦਾ ਇਹ ਨਹੀਂ ਵੀ ਕਹਿਣੀ ਨਹੀਂ ਚਾਹੀਦੀ, ਵਾਹਿਗੁਰੂ ਦੇ ਪਿਆਰਿਆਂ ਦੀ ਵਡਿਆਈ ਕਹਿਣੀ ਚਾਹੀਦੀ ਹੈ ਕਿ ਬੜੇ ਮਹਾਨ ਨੇ, ਉਹਨਾਂ ਦੀ ਵਡਿਆਈ ਕਰਨ ਨਾਲ ਵਾਹਿਗੁਰੂ ਜੀ ਖੁਸ਼ ਹੁੰਦੇ। ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੀ ਵੱਡੀ ਮਹਿਮਾ ਕਹਿਣੀ ਚਾਹੀਦੀ ਹੈ, ਪਰ ਆਪਾਂ ਉਹਨਾਂ ਦਾ ਅੰਤ ਨਹੀਂ ਪਾ ਸਕਦੇ। ਜਿਵੇਂ ਮਹਾਰਾਜ ਨੇ ਸਾਧ ਕੀ ਮਹਿਮਾ ਵੇਦ ਨਾ ਜਾਣਹਿ, ਜੇਤਾ ਸੁਣਹਿ ਤੇਤਾ ਬਖਿਆਨਹਿ। ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਇਹ ਸਤਿਗੁਰੂ ਜੀ ਦੀ ਬਾਣੀ ਕਹਿੰਦੀ, ਵਾਹਿਗੁਰੂ ਵਿੱਚ ਤੇ ਉਸ ਸਾਧੂ ਵਿੱਚ ਭੇਦ ਨਹੀਂ, ਫਰਕ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਹੁਕਮ ਮੰਨਿਆ, ਜਿਨ੍ਹਾਂ ਨੇ ਨਾਮ ਦਾ ਮੰਨਣ ਕੀਤਾ, ਵਾਹਿਗੁਰੂ ਜੀ ਦੇ ਹੋਂਦ ਦੇ ਉੱਤੇ ਜਿਨ੍ਹਾਂ ਦਾ ਮਨ ਇਕਾਗਰ ਹੋ ਗਿਆ, ਟਿਕ ਗਿਆ, ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ ਕਿ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਨਹੀਂ, ਵਾਹਿਗੁਰੂ ਦੇ ਨਾਮ ਦੀ ਟੇਕ ਲੈ ਲਈ, ਸਤਿਗੁਰੂ ਜੀ ਕਹਿੰਦੇ ਭਾਈ ਬਹਿ ਕੇ ਸਤ ਸੰਗਤ ਵਿੱਚ ਇਸ ਗੱਲ ਦੀ ਵਿਚਾਰ ਕਰੋ, ਉਹਨਾਂ ਦੇ ਬਰਾਬਰ ਨਹੀਂ ਕੋਈ ਹੋਰ। ਜਦੋਂ ਵਿਚਾਰ ਕਰੋਗੇ ਤਾਂ ਤੁਹਾਨੂੰ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਨਾਮ ਦੇ ਮੰਨਣ ਦਾ ਸੁੱਖ ਪ੍ਰਾਪਤ ਹੋਏਗਾ। ਤੇ ਇਸ ਕਰਕੇ ਜੇ ਕੋਈ ਬਹਿ ਕੇ ਵਿਚਾਰ ਕਰੇ ਤਾਂ ਉਹਨੂੰ ਵੀ ਇਹ ਦਾਤ ਜਿਹੜੀ ਹੈ ਨਾ ਪਤਾ ਲੱਗੇਗੀ। ਉਹਨੂੰ ਪਤਾ ਲੱਗ ਜਾਣਾ ਫਿਰ ਕਿ ਨਾਮ ਨੂੰ ਮੰਨਣ ਵਾਲਿਆਂ ਦੀ ਮਹਿਮਾ ਸਮੱਗਰ ਨਹੀਂ ਕਹੀ ਜਾ ਸਕਦੀ, ਸਾਰੀ ਨਹੀਂ ਕਹੀ ਜਾ ਸਕਦੀ। ਉਹ ਤਾਂ ਆਪਾਂ ਕੇਵਲ ਉਹਨਾਂ ਦੀ ਵਡਿਆਈ ਕਰਕੇ ਵਾਹਿਗੁਰੂ ਦੇ ਨਾਮ ਦੀ ਹੀ ਉਸਤਤ ਕਰਦੇ ਹਾਂ। ਜਿਹੜੀ ਉਹਨਾਂ ਵਿੱਚ ਵਡਿਆਈ ਹੈ ਉਹ ਨਾਮ ਦੀ ਹੈ,
इस करके आपां किसी शरीर की महिमा नहीं कर रहे होंदे, जदों रब दे प्यारिਆਂ की महिमा भी करते हैं, वो नाम की महिमा करते हैं, क्योंकि नाम दे करके ही वाहिगुरु जी दे विच विश्वास करके ही उन्हां दा संसार जस करता है। तो सतगुरु पातशाह जी महाराज ने फिर कहा, ऐसा नाम निरंजन होए। निरंजन कहते माया की कालख तो रहत, जिन्हों माया की कालख नहीं व्यापदी, माया जिस स्वरूप के अंदर छल नहीं कर सकती। सच्चे पातशाह जी महाराज कहते हैं, वाहिगुरु के नाम दे मनन करन वाला महात्मा ऐसा शुद्ध स्वरूप हो जाता है, वो भी माया की कालख तो रहत हो जाता है। माया उन्हां दे संकल्प विच छल नहीं करती, माया उन्हां दे अंदर दुख रूप हो के फुरना नहीं फोरदी। माया नाल भी वो भलाई करी जाते, भलाई करी जाते, परोपकार ही करी जाते, जिन्नी आउंदी उन्नी लुटाई ही जाते, बख्शिशां ही करी जाते। इस तरह जे जिद्दां बाबा मोरी जी ने ना एक बारी संकल्प कर लिया ਸੀ कि माया जिहड़ी आ वो 1 ਲੱਖ इकट्ठा नहीं वेखिया, ते महाराज ने फिर अपने पुत्र का संकल्प जान के तो सारे सिखां दे मन प्रेरते, महाराज दे सामने 1 ਲੱਖ टका चढ़ाता। फिर गुरु साहब दे माया ते दासी आ, वो फिर महाराज ने कहा पुत्र मोरी लै गिण हाँ, ਤੇ ਜਦੋਂ ਗਿਣ ਲੱਗੇ ਪਸੀਨਾ ਆ ਗਿਆ, ਉਹ ਸਿੱਕਿਆਂ ਨਾਲ ਕਾਲਖ ਲੱਥ ਕੇ ਹੱਥਾਂ ਨੂੰ ਲੱਗੀ ਸੀ, ਉਹ ਪਸੀਨਾ ਪੂੰਝਦੇ ਮੱਥੇ ਨੂੰ ਲੱਗ ਗਈ। ਤੇ ਮਹਾਰਾਜ ਫਿਰ ਦਾ ਦ੍ਰਿਸ਼ਟਾਂਤ ਆਖਿਆ, ਪੁੱਤਰ ਮੋਰੀ ਵੇਖ, ਤੇ ਇਹ ਮਾਇਆ ਜਿਹੜੀਆਂ ਨੇ ਹੱਥ ਵੀ ਤੇਰੇ ਕਾਲੇ ਕਰਤੇ ਆ ਤੇ ਤੇਰਾ ਮੁਖ ਵੀ ਕਾਲਾ ਕਰਤਾ। ਇਸ ਕਰਕੇ ਜਿਹੜੀ ਮਾਇਆ ਨਾ, ਇਹ ਮੂੰਹ ਨੂੰ ਵੀ ਕਾਲਿਆਂ ਕਰਦੀ ਹੈ, ਹੱਥਾਂ ਨੂੰ ਵੀ ਜਿੱਥੇ ਕਾਲਿਆਂ ਕਰਦੀ ਹੈ, ਇੱਥੇ ਦਿਲ ਨੂੰ ਵੀ ਕਾਲਾ ਕਰ ਦਿੰਦੀ ਹੈ। ਤੇ ਜਿਹੜਾ माया की कालख तो रहत है, वो परमेश्वर का नाम है, जिहड़ा सारे मैलों नूं धो देण वाला है। सतगुरु कहंदे ऐसा नाम निरंजन होए। माया की कालख तो जिहड़ा रहत शुद्ध स्वरूप इहो जिहा सच्चे पातशाह जी महाराज कहंदे वाहिगुरु का नाम है। जिहड़ा भी नाम नाल जुड़दा है, उहनूं नाम साधु बना दिंदा है, उहनूं नाम जिहड़ा है ब्रह्म ज्ञानी बना दिंदा है। इहो जी सच्चे पातशाह जी महाराज दे नाम की महिमा है कि जिसने भी नाम दे उत्ते यकीन किया, विश्वास किया, वाहिगुरु जी की होंद ते मन जिहड़ा बज गया, सच्चे पातशाह जी महाराज कहंदे आ उहदा ही मन जिहड़ा ना माया की कालख तो शुद्ध हो जाता है। उन्हां दे अंदर इन्नी निर्लिपता आ जाती है, कोई छल नहीं रहिंदा, माया का फुरना तक नहीं रहिंदा। जिहड़ा है इहो जिहा नाम है, माया की कालख तो रहत है जिहड़ा, वो नाम दे करके सतगुरु जी कहंदे सारी पवित्रता जिहड़ी है ना वो प्राप्त हो जाती है। ते इहो जिहा है नाम, जे इस पंक्ति नूं अगे महाराज सिद्ध करदे आ, जे को मन जाणै मन कोय। पहले मन नूं टिप्पी लगी है ते दूसरे मन ते टिप्पी नहीं हैगी। जे कोई मन दे अंदर मनन करके वेख लवे, जिहड़ा ना मन दा अर्थ श्रोमणी भी हुंदा, श्रोमणी परमेश्वर नूं जाण के ते उहदे मन दा अर्थ मंत्र भी हुंदा है। उहदे मंत्र नूं मनन करके कोई वेखे, उहदे मन दे अंदर उहदे वाहिगुरु जी दे नाम ते भरोसा करके वेख लवे, ते जिहड़ा नाम दे उत्ते भरोसा करदा है, सच्चे पातशाह जी महाराज कहंदे आ उहनूं पता लग जांदा है कि इहो जिहा पवित्र नाम है जिहदे नाल सारियां मैलां धुप जांदियां हन। जे कोई भाव किसी भी प्रकार कोई भी संसार दे अंदर चाहे किसी जाति नाल संबंध रखदा है, चाहे किस तरह की कोई जून है, क्योंकि आपां ये गवाहियां ने गुरु साहब की बाणी च दित्तियां होईयां। हाथी ने यकीन कर लिया, विश्वास कर लिया। भोग दे सलोकां च भी महाराज साहब जी ने इस साखी का जिक्र किया। फिर किते अज समा हो गया, फिर किते प्रकरण आया तो जिक्र कर लांगे। सच्चे पातशाह जी महाराज ने कहा, नाहन गुण नाहन कछ विद्या, धर्म कौन गज कीना, नानक बिरद राम का देखो, अपै दान तिह दीना। उन्हें विश्वास कर लिया, ਉਹਦੇ मन के अंदर मनन हो गया। जिन्ने जिन्ने भी नाम का मनन किया, महाराज कहते जे को मन जाने मन कोय।
मन दे अंदर कोई मनन करके वेख लवे ते वाहिगुरू दा नाम इहो जिहा सुध वै, इहो जिहा पवित्र है कि मलीन हिरदियां नूं भी सच्चे पातशाह जी महाराज कहंदे भाई पवित्र कर देण वाला है। वाहिगुरू दे नाम दी महिमा वड्डी तो वड्डी है, कथन नहीं कीती जा सकदी। इवें सिद्धो जिन्हां ने नाम ते निश्चा कीता है उन्हां दी भी महिमा वडियाई वड्डी तो वड्डी है, कथन नहीं कीती जा सकदी। जे कोई इस गल नूं अपने मन दे अंदर मनन करके वेखे कि नाम ही सुध स्वरूप है, नाम तो ही ये दातां प्राप्त हुंदियां हन। ये सच्चे पातशाह ने नाम दे मनन दी जिहड़ी है ना महिमा ये आरंभ कीती है। ते पहली पौड़ी मनन दी जिहड़ी है ना ये साधन ने सरवण मनन ते निध्यासन। पहलों महाराज सरवण कथन कीता, हुण मनन कथन कर रहे, फिर निध्यासन कथन करनगे सच्चे पातशाह जी। तो ये मन्ने दियां पौड़ियां चलियां ने, 4 पौड़ियां। वाहिगुरू दे नाम दे विच विश्वास करन वालियां नूं की दात प्राप्त हुंदी है। वाहिगुरू जी दी होण ते मन जिहड़ा है मन जावे, मन अंदरों स्वीकार कर लवे कि वाहिगुरू तो बिना कोई नहीं, सब रूप उन्हें ही धारण कीते होए आ, वाहिगुरू ही सब दे अंदर समा रहा है। ते ये बड़ी वड्डी अवस्था है ते जिन्हों ये प्राप्त हो जाती है महाराज कहते उसकी महिमा कही नहीं जा सकती। ये सच्चे पातशाह जी महाराज पवित्र बख्शिश की है। 12वीं पौड़ी अज संपूर्ण हुई है। अगे जिवें महाराज 13वीं पौड़ी विच बख्शिश करनगे। कल दा दिन अपनी क्लास कल शनिवार है इत्थे ते कल भी होऊगी ते फिर तुहाडे उत्थे जदों शनिवार ते ऐतवार होया 2 दिन छुट्टी होगी, फिर सोमवार नूं क्लास लगेगी। अज विचों 2 वारी जिहड़ा है वो कनैक्शन कटिया गया, इत्थे लाइट बंद होई सीगी, मैनूं लगदा शायद उस करके क्योंकि वाईफाई नाल ये चलदा है ना, ते इस करके उहदी माफ़ी देनी। सच्चे पातशाह जी महाराज किरपा करन, गरीब नवाज सच्चे पातशाह दा पवित्र उपदेश अते शुद्ध पाठ दा उचारण सानूं समझ पवे। महाराज दे बख्शिश कीते होए उपदेश दा जिहड़ा है अर्थ भाव वो साडे मन च वसे, होईयां भुल्लां बख्श लैणियां, अगे वास्ते समत बख्शनी जी। ऐसा नाम निरंजन होए जे को मन जाने मन कोए। वाहिगुरू जी का खालसा वाहिगुरू जी की फतेह।